हाँ जी, सत श्री अकाल बच्चे सारिਆਂ ਨੂੰ। बच्चे सक्सैस ट्री पंजाब चैनल ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਆਪਾਂ ਪਿਛਲੇ ਹਫਤੇ ਡਿਸਾਈਡ ਕੀਤਾ ਸੀ ਕਿ ਨੈਬ ਤਹਿਸੀਲਦਾਰ ਦਾ ਪੇਪਰ ਆਪਣਾ 22 ਮਈ ਨੂੰ ਹੋਣਾ ਤੈਅ ਹੋਇਆ, ਹਫਤੇ ਤੋਂ ਘੱਟ ਦਾ ਸਮਾਂ ਰਹਿ ਗਿਆ। ਉਹਨੂੰ ਧਿਆਨ 'ਚ ਰੱਖ ਕੇ ਪਲੱਸ ਉਸ ਤੋਂ ਬਾਅਦ ਜਿਹੜੇ ਆਪਣੇ ਐਗਜ਼ਾਮਸ ਹੋਣੇ ਨੇ, ਨੈਬ ਤੋਂ ਬਾਅਦ ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਕਦੇ ਵੀ ਹੋ ਸਕਦਾ ਹੈ। ਪੰਜਾਬ ਪੁਲਿਸ ਦੀਆਂ ਭਰਤੀਆਂ ਨਿਕਲਣ ਵਾਲੀਆਂ ਨੇ, ਐਕਸਾਈਜ਼ ਟੈਕਸੇਸ਼ਨ ਦਾ ਪੇਪਰ ਸਾਡਾ ਨਿਕਲ ਗਿਆ, ਕੋਆਪਰੇਟਿਵ ਬੈਂਕ ਦਾ ਪੇਪਰ ਨਿਕਲਿਆ ਹੋਇਆ, PSSB ਕਲਰਕ ਦੀਆਂ ਭਰਤੀਆਂ ਨਿਕਲੀਆਂ ਹੋਈਆਂ ਨੇ, ਪੰਜਾਬ ਪੁਲਿਸ ਦੀਆਂ ਭਰਤੀਆਂ ਨਿਕਲਣੀਆਂ ਨੇ ਜਿਹਦੇ ਵਿੱਚ ਸਬ ਇੰਸਪੈਕਟਰ ਤੇ ਕਾਂਸਟੇਬਲ ਦੋਵੇਂ ਨਿਕਲਣਗੇ, ਪਟਵਾਰੀ, ਪੰਚਾਇਤ ਸੈਕਟਰੀ। ਤਾਂ ਜਿਹੜੇ ਐਗਜ਼ਾਮਸ ਸਾਡੇ ਲੜੀਵਾਰ ਹੋਣੇ ਨੇ ਤੇ ਕੁਝ ਭਰਤੀਆਂ ਨਿਕਲਣੀਆਂ ਨੇ, ਉਸ ਤੋਂ ਅਗਲੇ ਸਮੇਂ 'ਚ ਉਹ ਐਗਜ਼ਾਮਸ ਹੋਣਗੇ। ਤਾਂ ਇਹ ਸਾਰੇ ਐਗਜ਼ਾਮਸ ਨੂੰ ਧਿਆਨ 'ਚ ਰੱਖ ਕੇ ਕਿ ਇਹਦੇ ਵਿੱਚ ਆਪਣਾ ਕੁਆਂਟਸ ਤੇ ਰੀਜ਼ਨਿੰਗ ਦਾ ਜਿਹੜਾ ਸੈਕਸ਼ਨ ਹੈ ਉਹ ਤਾਂ ਆਪਾਂ ਸਕਸੈਸ ਟਰੀ ਦੇ ਉੱਤੇ ਜਿਹੜੀ PYQ ਦੀ 1 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਸੀਰੀਜ਼ ਚਲਾਈ ਹੈ, ਇੱਕ ਦਿਨ ਮੈਥ ਤੇ ਇੱਕ ਦਿਨ ਰੀਜ਼ਨਿੰਗ ਦੀ ਕਲਾਸ ਲਾ ਕੇ ਉਹਦੇ ਵਿੱਚ ਆਪਾਂ ਕਵਰ ਕੀਤਾ। ਇਸ ਤੋਂ ਬਿਨਾਂ ਐਪਟੀਟਿਊਡ ਦੇ ਵਿੱਚ ਬੱਚੇ ਆਪਣੀ DI ਬਹੁਤ ਜ਼ਿਆਦਾ ਪੁੱਛੀ ਜਾਣ ਲੱਗ ਗਈ। ਪਿਛਲੇ 3-4 ਸਾਲਾਂ ਤੋਂ ਪੰਜਾਬ ਦੇ ਪੇਪਰਾਂ ਦਾ ਟ੍ਰੈਂਡ ਚੇਂਜ ਹੋਇਆ ਹੈਗਾ, ਜਿਹਦੇ ਵਿੱਚ ਕਿ DI ਦੀ ਵੇਟੇਜ ਵੀ ਵਧੀ ਹੈ, ਲੈਵਲ ਵੀ ਚੱਕਿਆ। ਤਾਂ ਉਹਨੂੰ ਧਿਆਨ 'ਚ ਰੱਖ ਕੇ ਆਪਾਂ ਸਕਸੈਸ ਟਰੀ ਦੇ ਉੱਤੇ ਡੇਲੀ ਸਵੇਰੇ 10 ਵਜੇ ਪੂਰੀ ਦੀ ਪੂਰੀ DI ਕਵਰ ਕਰ ਰਹੇ ਹਾਂ, ਜਿਹਦੇ ਵਿੱਚ ਆਪਾਂ ਪਹਿਲੀ ਕਲਾਸ ਜਿਹੜੀ ਪਿਛਲੇ ਸੋਮਵਾਰ ਕਲਾਸ ਸੀ ਆਪਣੀ, ਉਹਦੇ ਵਿੱਚ ਆਪਾਂ DI ਦੇ ਸਾਰੇ ਟਾਈਪਸ ਡਿਸਕਸ ਕੀਤੇ ਕਿ ਡਾਟਾ ਟੇਬਲ ਕੀ ਹੁੰਦਾ, ਕੀ ਪਛਾਣ ਹੈ, ਉਹਦੇ ਵਿੱਚ ਫਿਗਰਸ ਕਿਵੇਂ ਦਿੱਤੀਆਂ ਹੁੰਦੀਆਂ ਨੇ, ਇਨਫੋਰਮੇਸ਼ਨ ਕਿਵੇਂ ਪ੍ਰੋਵਾਈਡ ਕੀਤੀ ਜਾਂਦੀ ਹੈ, ਲਾਈਨ ਚਾਰਟ, ਪਾਈ ਚਾਰਟ, ਬਾਰ ਗ੍ਰਾਫ, ਤਮਾਮ ਤਰ੍ਹਾਂ ਦੇ ਜਿਹੜੇ ਆਪਣੇ ਕੇਸ ਕਵਰ ਹੋ ਜਾਂਦੇ ਨੇ ਉਹ ਆਪਾਂ ਡਿਸਕਸ ਕੀਤਾ। ਤੇ ਉਹਦੇ ਨਾਲ ਹੀ ਸਭ ਤੋਂ ਇੰਪੋਰਟੈਂਟ ਚੀਜ਼ ਬੱਚੇ ਆਪਾਂ ਕੇਸ ਸਟੱਡੀਜ਼ ਨੂੰ ਡਿਸਕਸ ਕੀਤਾ। ਤਾਂ ਜਿਹੜੀ ਆਪਣੀ ਇਸ ਤੋਂ ਪਿਛਲੀ ਕਲਾਸ ਸੀ ਸ਼ੁੱਕਰਵਾਰ ਨੂੰ ਲਾਈ ਸੀ, ਸ਼ਨੀਵਾਰ ਆਪਾਂ ਕਲਾਸ ਨਹੀਂ ਸੀ ਲਈ। ਸ਼ੁੱਕਰਵਾਰ ਦੀ ਕਲਾਸ ਦੇ ਵਿੱਚ ਆਪਾਂ ਕੇਸ ਸਟੱਡੀਜ਼ ਦੇ ਕੁਐਸਚਨ ਕੀਤੇ ਜਿਹੜੇ ਬਿਨਾਂ ਵੈਨ ਡਾਇਗਰਾਮ ਤੋਂ ਹੁੰਦੇ ਆ ਤੇ ਜਿਹੜੇ ਵੈਨ ਡਾਇਗਰਾਮ ਨਾਲ ਹੁੰਦੇ ਆ। ਆਪਾਂ ਦੋਨੇ ਤਰ੍ਹਾਂ ਦੇ ਕੁਐਸਚਨ ਕੀਤੇ, ਵੈਨ ਡਾਇਗਰਾਮ ਨੂੰ ਵੀ ਚੰਗੀ ਤਰ੍ਹਾਂ ਸਮਝਿਆ। ਤਾਂ ਵੈਨ ਡਾਇਗਰਾਮ ਦੇ ਕੁਐਸਚਨਸ ਦੀ ਉਦੋਂ ਆਪਾਂ ਪ੍ਰੈਕਟਿਸ ਕੀਤੀ, ਸਮਝਿਆ ਨਵੇਂ ਸਿਰੇ ਤੋਂ। ਤਾਂ 2018 ਦਾ ਜਿਹੜਾ ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਸੀ, 2021 ਵਾਲਾ ਪੇਪਰ ਆਪਣਾ ਹੁਣ ਕਦੇ ਵੀ ਹੋ ਸਕਦਾ ਨੈਬ ਤੋਂ ਬਾਅਦ। 2018 ਦੇ ਕੋਆਪਰੇਟਿਵ ਇੰਸਪੈਕਟਰ ਦੇ ਪੇਪਰ 'ਚ ਵੈਨ ਡਾਇਗਰਾਮ ਵਾਲਾ ਇੱਕ ਕੁਐਸਚਨ ਪੁੱਛਿਆ ਗਿਆ ਸੀ। ਅੱਜ ਦੀ ਕਲਾਸ 'ਚ ਉਸ ਕੁਐਸਚਨ ਦੀ ਪ੍ਰੈਕਟਿਸ ਕਰਾਂਗੇ। ਜਿੰਨੇ ਬੱਚੇ ਜੁੜ ਚੁੱਕੇ ਨੇ ਸੈਸ਼ਨ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਬਾਕੀ ਬੱਚਿਆਂ ਨੂੰ ਪਤਾ ਲੱਗ ਜਾਏ ਕਿ ਕੁਆਲਿਟੀ ਐਜੂਕੇਸ਼ਨ ਪ੍ਰੋਵਾਈਡ ਕਰਨੀ ਹੈ। ਇੱਕ ਵਾਰ ਅਸੀਂ ਸਿਲੇਬਸ ਤਿਆਰ ਕਰਕੇ ਬੈਠੇ ਹਾਂ, ਪੇਪਰ ਆ ਰਹੇ ਨੇ, ਰਿਵੀਜ਼ਨ ਕਰਨੀ ਹੈ, ਕੁਆਂਟ ਜਾਂ ਰੀਜ਼ਨਿੰਗ ਦੀ ਕਰਨੀ ਹੈ, DI ਦੀ ਕਰਨੀ ਹੈ, ਬਾਕੀ ਸਬਜੈਕਟਸ ਦੀ ਕਰਨੀ ਹੈ, ਉਹਨਾਂ ਨੂੰ ਪਤਾ ਲੱਗਦਾ ਰਹੇ। ਉਹਦੇ ਲਈ ਸੈਸ਼ਨ ਨੂੰ ਲਾਈਕ ਸ਼ੇਅਰ ਕਰਦੇ ਜਾਇਆ ਕਰੋ। ਤਾਂ ਅੱਜ ਦੀ ਕਲਾਸ ਦੇ ਵਿੱਚ ਬੱਚੇ ਆਪਾਂ ਇੱਕ ਤਾਂ ਜਿਹੜਾ ਨੈਬ ਤਹਿਸੀਲਦਾਰ ਦਾ 2018 ਦਾ ਪੇਪਰ ਹੈ ਉਹਦਾ ਵੈਨ ਡਾਇਗਰਾਮ ਵਾਲਾ ਕੁਐਸਚਨ, ਜਿਹੜਾ ਕਿ ਆਮ ਤੌਰ ਤੇ ਬੱਚਿਆਂ ਨੂੰ ਈਜ਼ੀ ਤਾਂ ਨਹੀਂ ਲੱਗਿਆ, ਜਿੱਥੋਂ ਉਹਨਾਂ ਨੇ ਸਮਝਿਆ ਉੱਥੇ ਵੀ ਕੋਈ ਬਹੁਤੇ ਸੌਖੇ ਤਰੀਕੇ ਨਾਲ ਨਹੀਂ ਸਮਝਾਇਆ ਗਿਆ। ਤਾਂ ਉਹ ਜਿੰਨਾ ਕੁ ਸੌਖਾ ਹੋ ਸਕਦਾ ਹੈ ਕਿ ਆਪਣੀ ਆਮ ਬੋਲਚਾਲ ਵਾਲੀ ਭਾਸ਼ਾ ਦੇ ਵਿੱਚ ਆਪਾਂ ਚੀਜ਼ਾਂ ਸਮਝ ਸਕੀਏ, ਉਹਨੂੰ ਵੈਨ ਡਾਇਗਰਾਮ ਦੇ ਵਿੱਚ ਉਤਾਰ ਸਕੀਏ ਤੇ 5 ਦੇ 5 ਕੁਐਸਚਨ ਅਟੈਂਪਟ ਕਰ ਸਕੀਏ, ਉਹਦੀ ਅੱਜ ਪੂਰੀ ਕੋਸ਼ਿਸ਼ ਕਰਾਂਗੇ। ਤੁਸੀਂ ਦੇਖੋਗੇ ਹੁਣ ਤੋਂ ਅੱਧੇ ਘੰਟੇ ਦੇ ਵਿੱਚ ਕੁਐਸਚਨ ਆਪਣਾ ਸੋਲਵ ਹੋ ਗਿਆ ਹੋਊਗਾ। ਤਾਂ ਜਿਹੜੇ ਬੱਚਿਆਂ ਨੇ ਅੱਜ ਤੱਕ ਉਹ ਸਵਾਲ ਦੇਖਿਆ ਪਰ ਡਰ ਲੱਗਦਾ ਸੀ, ਅੱਧੇ ਘੰਟੇ ਬਾਅਦ ਗੱਲ ਕਰਾਂਗੇ ਕਿ ਉਹ ਸਵਾਲ 'ਚ ਹੁਣ ਕੀ ਬਚਿਆ। ਇਸ ਤੋਂ ਬਿਨਾਂ ਅੱਜ ਦੀ ਕਲਾਸ ਦੇ ਵਿੱਚ ਆਪਣਾ ਇੱਕ ਲਾਈਨ ਚਾਰਟ ਦਾ ਕੁਐਸਚਨ ਹੋਊਗਾ ਤੇ ਲਾਈਨ ਚਾਰਟ ਤੋਂ ਬਿਨਾਂ ਮੇਰੇ ਖਿਆਲ 'ਚ ਇੱਕ ਬਾਰ ਗ੍ਰਾਫ ਦਾ ਕੁਐਸਚਨ ਤੁਹਾਨੂੰ ਹੋਮਵਰਕ ਦਿੱਤਾ ਜਾਊਗਾ। ਤਾਂ ਅੱਜ ਦੀ ਕਲਾਸ ਦੇ ਵਿੱਚ ਵੀ ਆਪਣਾ ਕਲਾਸ ਦਾ ਪੈਟਰਨ ਉਹੀ ਰਹਿਣਾ ਹੈ ਕਿ 2 ਕੁਐਸਚਨ ਮਤਲਬ 5+5 ਦੇ 2 ਸੈੱਟ ਆਪਾਂ ਅੱਜ ਦੀ ਕਲਾਸ 'ਚ ਕਰਾਂਗੇ। ਇੱਕ 5 ਕੁਐਸਚਨਾਂ ਦਾ ਸੈੱਟ ਤੁਹਾਨੂੰ ਹੋਮਵਰਕ ਦਿੱਤਾ ਜਾਊਗਾ। ਇਸ ਤੋਂ ਬਾਅਦ ਜਿਹੜਾ ਸੋਮਵਾਰ ਤੋਂ ਬਾਅਦ ਅਗਲੇ 4-5 ਦਿਨ ਆਪਣੀ ਹੋਰ ਕਲਾਸ ਲੱਗਣੀ ਹੈ ਨੈਬ ਦੇ ਪੇਪਰ ਤੱਕ। ਤਾਂ ਉਹਦੇ ਵਿੱਚ ਆਪਣਾ ਜਿਹੜਾ ਮਿਸ ਹੋ ਰਿਹਾ ਹੈ ਉਹ ਡਬਲ ਪਾਈ ਚਾਰਟ ਤੇ ਮਿਕਸ ਚਾਰਟ ਹੈ। ਤਾਂ ਮਿਕਸ ਚਾਰਟ ਤਾਂ ਬੇਸਿਕਲੀ ਜਿਹੜੀਆਂ ਇਮੇजेस ਪੜ੍ਹ ਲਿਆ ਉਹਨਾਂ ਨੂੰ ਹੀ ਦੁਬਾਰਾ ਡਿਸਕਸ ਕਰਨਾ ਹੈਗਾ। ਤਾਂ ਮਿਕਸ ਚਾਰਟ ਦੇ ਤਾਂ ਕੁਐਸਚਨਸ ਦੀ ਪ੍ਰੈਕਟਿਸ ਕਰਨੀ ਹੈ। ਡਬਲ ਪਾਈ ਚਾਰਟ ਮੈਂ ਕੱਲ ਦੀ ਕਲਾਸ ਦੇ ਵਿੱਚ ਤੁਹਾਨੂੰ ਪੜਾਊਂਗਾ, ਡਬਲ ਪਾਈ ਚਾਰਟ ਦੇ ਕੁਐਸਚਨਸ ਕਰਵਾਊਂਗਾ। ਡਬਲ ਪਾਈ ਚਾਰਟ ਦਾ ਫਿਰ ਇੱਕ ਕੁਐਸਚਨ ਕਰਵਾਊਂਗਾ, ਦੂਜਾ ਕਰਵਾਊਂਗਾ, ਫਿਰ ਅਗਲੇ ਦਿਨਾਂ 'ਚ ਜਾ ਕੇ ਡਬਲ ਪਾਈ ਚਾਰਟ ਦੇ ਕੁਐਸਚਨਸ ਮੈਂ ਤੁਹਾਨੂੰ ਹੋਮਵਰਕ ਵੀ ਦੇਣ ਲੱਗ ਜਾਊਂਗਾ। ਤਾਂ ਅੱਜ ਦੀ ਕਲਾਸ ਜਿਹੜੀ ਹੋਊਗੀ, ਅੱਜ ਦੀ ਕਲਾਸ ਦੀ ਇਹ ਵੀਡੀਓ ਦੇ ਕਮੈਂਟ ਸੈਕਸ਼ਨ 'ਚ ਮੈਂ ਤੁਹਾਨੂੰ ਇੱਕ ਗੱਲ ਪੁੱਛਦਾ, ਤੁਸੀਂ ਕਮੈਂਟ ਸੈਕਸ਼ਨ 'ਚ ਕਮੈਂਟ ਕਰ ਦਿਓ ਕਿ ਕੀ ਮੈਂ ਅਗਲੇ ਦਿਨਾਂ ਦੇ ਵਿੱਚ ਹੁਣ ਤੱਕ ਤਾਂ ਇੱਕ ਕੁਐਸਚਨ ਹੋਮਵਰਕ ਦੇਣਾ 5 ਕੁਐਸਚਨਾਂ ਦਾ ਸੈੱਟ, ਕੀ ਮੈਂ 10 ਕੁਐਸਚਨਾਂ ਦਾ ਸੈੱਟ ਦੇ ਸਕਦਾ ਕਿ 5 ਕੁਐਸਚਨਾਂ ਦਾ ਇੱਕ, 5 ਕੁਐਸਚਨਾਂ ਦਾ ਇੱਕ, ਕੀ 2 ਕੁਐਸਚਨ ਹੋਮਵਰਕ ਦੇ ਸਕਦਾ? ਤਾਂ ਤੁਸੀਂ ਇਹ ਵੀਡੀਓ ਦੇ ਕਮੈਂਟ ਸੈਕਸ਼ਨ 'ਚ ਲਾਈਵ ਕਮੈਂਟਸ ਦੇ ਵਿੱਚ ਵੀ ਕਮੈਂਟ ਕਰ ਸਕਦੇ ਹੋ ਜਿਹੜੇ ਬੱਚੇ ਹੁਣ ਬੈਠੇ ਦੇਖ ਰਹੇ ਨੇ। ਅਦਰਵਾਈਜ਼ ਵੀ ਕਮੈਂਟ ਕਰ ਦਿਓ ਕਿ ਕੀ ਅਗਲੇ ਦਿਨਾਂ ਦੇ ਵਿੱਚ ਮੈਂ 2-2 ਕੁਐਸਚਨ ਹੋਮਵਰਕ ਦੇਣੇ ਸ਼ੁਰੂ ਕਰਾਂ। ਮਤਲਬ ਬੇਸਿਕਲੀ ਬੱਚੇ DI ਦਾ ਇਹ ਬੈਚ ਚਲਾਉਣ ਦਾ ਇੱਕ ਮਕਸਦ ਤਾਂ ਆਪਣਾ ਇਹੀ ਸੀਗਾ ਕਿ DI ਦਾ ਪੂਰਾ ਸਿਲੇਬਸ ਹੋ ਜਾਏ, ਕਿਉਂਕਿ ਪੇਪਰਾਂ ਦੇ ਵਿੱਚ DI ਪੁੱਛੀ ਜਾਣ ਲੱਗ ਗਈ। ਨੈਬ ਦੇ ਪੇਪਰ 'ਚ ਵੀ PPSC ਨੇ DI ਦੇ ਕੁਐਸਚਨ ਪਾਉਣੇ ਆ, ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਵੀ ਆਪਣਾ PPSC ਨੇ ਕੰਡਕਟ ਕਰਨਾ, ਉਹਦੇ ਵਿੱਚ ਵੀ DI ਦੇ ਕੁਐਸਚਨ ਆਉਣਗੇ। ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਦਾ ਪੇਪਰ ਹਾਲਾਂਕਿ ਪਿਛਲੇ ਸਾਲ ਕੈਂਸਲ ਹੋ ਗਿਆ, ਉਹਦੇ ਵਿੱਚ DI ਦੇ ਕਾਫੀ ਕੁਐਸਚਨ ਪੁੱਛੇ ਗਏ ਸੀ। ਹਰ ਪੇਪਰ 'ਚ ਹਰ ਸ਼ਿਫਟ 'ਚ ਕਾਫੀ ਕੁਐਸਚਨ ਪੁੱਛੇ ਗਏ ਸੀ। ਤਾਂ ਜਦੋਂ ਵੀ ਦੁਬਾਰਾ ਹੋਊਗਾ क्वेश्चन पूछे जाएंगे। एक तो इनू ध्यान च रख के आप DI का पूरा सिलेबस कर रहे हैं, दूजा आप बच्चे DI का पूरा सिलेबस
ਤੇ ਉਹ ਵੀ ਸਵੇਰੇ 10 ਵਜੇ, ਦੁਪਹਿਰੇ ਜਾਂ ਸ਼ਾਮੀ ਨਹੀਂ ਕਰ ਰਹੇ, ਸਵੇਰੇ ਇਸ ਕਰਕੇ ਕਰ ਰਹੇ ਆ ਕਿ DI ਦੇ ਵਿੱਚ ਜਿਹੜੀ ਕੈਲਕੂਲੇਸ਼ਨ ਹੁੰਦੀ ਹੈ ਉਹ ਸਾਡੇ ਦਿਮਾਗ ਦੇ ਜਾਲੇ ਝਾੜ ਦਿੰਦੀ ਹੈ। ਤਾਂ ਕੈਲਕੂਲੇਸ਼ਨ ਤਾਂ ਸਾਨੂੰ ਕੁਆਂਟਸ ਦੇ ਵੀ ਇਕੱਲੇ ਸਵਾਲ 'ਚ ਕਰਨੀ ਪੈਂਦੀ ਹੈ, ਤਾਂ DI 'ਚ ਜਿੰਨੀ ਸਾਡੀ ਕੈਲਕੂਲੇਸ਼ਨ ਦੀ ਪ੍ਰੈਕਟਿਸ ਹੁੰਦੀ ਹੈ, ਜਿੰਨਾ ਸਾਡਾ ਮਾਈਂਡ ਸ਼ਾਰਪ ਹੋਣ ਲੱਗਦਾ, ਉਹ ਪੂਰਾ ਦਿਨ ਸਾਡੀ ਹੈਲਪ ਕਰਦਾ। ਤਾਂ ਇਸੇ ਕਰਕੇ ਆਪਾਂ ਦਿਨ ਚੜ੍ਹਨ ਸਾਰ DI ਨਾਲ ਦੋ ਹੱਥ ਕਰਨ ਲੱਗ ਜਾਂਦੇ ਕਿ ਕੈਲਕੂਲੇਸ਼ਨ 'ਚ ਦਿਮਾਗ ਜਾਂ ਲੱਗੂਗਾ, ਦਿਮਾਗ ਵੈਸੇ ਹੀ ਹਾਈਪਰ ਐਕਟਿਵ ਹੋ ਜਾਊਗਾ। ਕੈਲਕੂਲੇਸ਼ਨ ਲਈ ਵੀ, ਰੀਡਿੰਗ ਲਈ ਵੀ, ਕਿਸੇ ਚੀਜ਼ ਨੂੰ ਗ੍ਰਾਸਪ ਕਰਨ ਲਈ ਵੀ, ਤਾਂ ਜੋ ਵੀ ਪੜਾਂਗੇ ਥੋੜਾ ਐਕਟਿਵਲੀ ਸਾਡਾ ਮਾਈਂਡ ਉਹਨੂੰ ਚੰਗੀ ਤਰ੍ਹਾਂ ਸਮਝ ਸਕੂਗਾ। ਇਸ ਲਈ ਆਪਾਂ ਰੋਜ਼ ਸਵੇਰੇ 10 ਵਜੇ DI ਨਾਲ ਮੱਥਾ ਮਾਰਨ ਬਹਿ ਜਾਂਦੇ ਆ। ਤਾਂ ਅੱਜ ਦੀ ਕਲਾਸ ਬੱਚੇ ਆਪਾਂ ਸਟਾਰਟ ਕਰਦੇ ਹਾਂ, ਜਿਹਦੇ ਵਿੱਚ ਵੈਨ ਡਾਇਗਰਾਮ ਵਾਲਾ ਕੁਐਸਚਨ ਆਪਾਂ ਕਰਨਾ ਹੈ। ਹਾਂਜੀ, ਕੁਐਸਚਨ ਪੜੋ ਬੱਚੇ ਕੀ ਆ। ਉਹ ਮੈਂ ਸਾਈਡ ਤੇ ਸਪੇਸ ਲਿਆ ਜਿੱਥੇ ਆਪਾਂ ਇਹ ਸਾਰੀ ਦੀ ਸਾਰੀ ਇਨਫੋਰਮੇਸ਼ਨ ਉਤਾਰਨੀ ਹੈ, ਪਰ ਕੁਐਸਚਨ ਰੀਡ ਕਰਦੇ ਆ ਪਹਿਲਾਂ। ਐਗਜ਼ਾਮੀਨਰ ਕਹਿੰਦਾ ਡਾਟਾ ਔਨ 450 ਕੈਂਡੀਡੇਟਸ, 450 ਸਟੂਡੈਂਟਸ ਦਾ ਡਾਟਾ ਗਿਵਨ ਹੈ ਹੂ ਟੁਕ ਐਨ ਐਗਜ਼ਾਮੀਨੇਸ਼ਨ ਇਨ ਸੋਸ਼ਲ ਸਾਇੰਸਿਸ, ਮੈਥਮੈਟਿਕਸ ਐਂਡ ਸਾਇੰਸ। ਐਗਜ਼ਾਮੀਨਰ ਕਹਿੰਦਾ 450 ਸਟੂਡੈਂਟ ਹੈ ਜਿਨ੍ਹਾਂ 3 ਐਗਜ਼ਾਮਸ ਦਿੱਤੇ, ਸੋਸ਼ਲ ਸਾਇੰਸਿਸ ਦਾ ਐਗਜ਼ਾਮ, ਮੈਥਮੈਟਿਕਸ ਦਾ ਤੇ ਇਕੱਲੇ ਸਾਇੰਸ ਦਾ ਐਗਜ਼ਾਮ ਦਿੱਤਾ। ਤੇ ਉਹ ਐਗਜ਼ਾਮਸ ਦਾ ਨਤੀਜਾ ਕੀ ਰਿਹਾ ਉਹ ਸਾਨੂੰ ਇਨਫੋਰਮੇਸ਼ਨ ਦਿੱਤੀ ਹੋਈ ਹੈ। ਉਹ ਕਹਿੰਦਾ ਪਾਸਡ ਇਨ ਆਲ ਦਾ ਸਬਜੈਕਟਸ ਇਜ਼ 167। ਕਹਿੰਦਾ 450 ਦੇ ਵਿੱਚੋਂ 167 ਬੱਚੇ ਇਹੋ ਜਿਹੇ ਨੇ ਜਿਹੜੇ ਤਿੰਨਾਂ ਸਬਜੈਕਟਾਂ ਦੇ ਵਿੱਚ ਪਾਸ ਹੋ ਗਏ। ਅੱਗੇ ਕਹਿੰਦਾ ਫੇਲਡ ਇਨ ਆਲ ਦਾ ਸਬਜੈਕਟਸ, ਉਹ 60 ਬੱਚੇ ਨੇ। 60 ਸੂਰਮੇ ਇਹੋ ਜਿਹੇ ਨੇ ਜਿਹੜੇ ਮਾਂ ਦੇ ਪੁੱਤਾਂ ਨੇ ਚੰਨ ਚਾੜਤਾ, ਤਿੰਨਾਂ ਦੇ ਵਿੱਚ ਹੀ ਫੇਲ ਹੋ ਗਏ। ਤਾਂ 450 ਸਟੂਡੈਂਟਸ ਦਾ ਸਾਨੂੰ ਡਾਟਾ ਦਿੱਤਾ ਜਿਹੜੇ 3 ਪੇਪਰਾਂ 'ਚ ਅਪੀਅਰ ਹੋਏ, ਸੋਸ਼ਲ ਸਾਇੰਸਿਸ, ਮੈਥਮੈਟਿਕਸ ਤੇ ਸਾਇੰਸ ਦੇ ਵਿੱਚ। ਫਿਰ ਸਾਨੂੰ ਫਰਦਰ ਡਾਟਾ ਕੀ ਦਿੱਤਾ ਜਾ ਰਿਹਾ ਕਿ ਕਿੰਨੇ ਬੱਚੇ ਤਿੰਨਾਂ ਸਬਜੈਕਟਸ ਦੇ ਵਿੱਚ ਪਾਸ ਹੋਏ, ਕਿੰਨੇ ਤਿੰਨਾਂ 'ਚ ਫੇਲ ਹੋਏ। ਦੈਨ ਫੇਲਡ ਇਨ ਸੋਸ਼ਲ ਸਾਇੰਸਿਸ ਇਜ਼ 175 ਬੱਚੇ। ਮੈਂ ਪਿਛਲੀ ਕਲਾਸ ਦੇ ਵਿੱਚ ਜਦੋਂ ਕੇਸ ਸਟੱਡੀਜ਼ ਸ਼ੁਰੂ ਕਰਵਾਇਆ ਸੀ, ਕੇਸ ਸਟੱਡੀਜ਼ ਦੇ ਵਿੱਚ ਵੈਨ ਡਾਇਗਰਾਮ ਵਾਲਾ ਟਾਈਪ ਕਰਵਾਇਆ ਸੀ, ਮੈਂ ਓਨਲੀ ਵਰਡ ਦੀ ਇੰਪੋਰਟੈਂਸ ਦੱਸੀ ਸੀ ਕਿ ਓਨਲੀ ਵਰਡ ਲਿਖਿਆ ਹੋਵੇ ਤਾਂ ਉਹਦਾ ਕੀ ਮਤਲਬ ਹੁੰਦਾ ਹੈ, ਓਨਲੀ ਵਰਡ ਨਹੀਂ ਲਿਖਿਆ ਤਾਂ ਉਹਦਾ ਕੀ ਮਤਲਬ ਹੈ। ਤਾਂ ਬੱਚੇ ਫੇਲਡ ਇਨ ਸੋਸ਼ਲ ਸਾਇੰਸਿਸ ਦੇ ਨਾਲ ਓਨਲੀ ਨਹੀਂ ਲਿਖਿਆ, 175 ਬੱਚੇ ਸੋਸ਼ਲ ਸਾਇੰਸਿਸ ਦੇ ਵਿੱਚ ਫੇਲ ਹੋ ਗਏ। ਉਹ 175 ਹੋ ਸਕਦਾ ਨਾਲ ਮੈਥ 'ਚ ਵੀ ਫੇਲ ਹੋਏ ਹੋਣ, ਹੋ ਸਕਦਾ ਨਾ ਹੋਏ ਹੋਣ, ਹੋ ਸਕਦਾ ਸਾਇੰਸ 'ਚ ਫੇਲ ਹੋਏ ਹੋਣ, ਹੋ ਸਕਦਾ ਨਾ ਹੋਏ ਹੋਣ। ਪਰ ਜੇ ਕਿਤੇ ਓਨਲੀ ਵਰਡ ਲਿਖਿਆ ਹੁੰਦਾ ਸੋਸ਼ਲ ਸਾਇੰਸਿਸ ਓਨਲੀ, ਤਾਂ ਮਤਲਬ ਸਿਰਫ ਸੋਸ਼ਲ ਸਾਇੰਸਿਸ 'ਚ 175 ਬੱਚੇ ਫੇਲ ਹੋਏ ਨੇ, ਬਾਕੀ ਦੋਨਾਂ 'ਚ ਉਹ ਪਾਸ ਨੇ। ਤਾਂ 175 ਬੱਚੇ ਸਿਰਫ ਸੋਸ਼ਲ ਸਾਇੰਸਿਸ 'ਚ ਫੇਲ ਹੋਏ ਨੇ ਜੇ ਓਨਲੀ ਵਰਡ ਲਿਖਿਆ ਹੁੰਦਾ। ਇਹ ਆਪਾਂ ਪਿਛਲੀ ਕਲਾਸ 'ਚ ਐਕਸਪਲੇਨ ਕੀਤਾ ਸੀ, ਓਨਲੀ ਤੇ ਅੱਧਾ ਘੰਟਾ ਲਾਇਆ ਸੀ। ਫੇਲਡ ਇਨ ਮੈਥਮੈਟਿਕਸ ਓਨਲੀ ਨਹੀਂ ਲਿਖਿਆ, ਮੈਥ 'ਚ ਫੇਲ ਹੋਣ ਵਾਲੇ 199, ਸਾਇੰਸ 'ਚ ਫੇਲ ਹੋਣ ਵਾਲੇ 191 ਬੱਚੇ। ਅਖੀਰ ਤੇ ਕਹਿੰਦਾ ਪਾਸਡ ਇਨ ਸੋਸ਼ਲ ਸਾਇੰਸਿਸ ਓਨਲੀ ਇਜ਼ 62। 62 ਬੱਚੇ ਕਿਹੜੇ ਨੇ ਜਿਹੜੇ ਪਾਸਡ ਇਨ ਸੋਸ਼ਲ ਸਾਇੰਸਿਸ ਓਨਲੀ, ਜਿਹੜੇ ਸਿਰਫ ਸੋਸ਼ਲ ਸਾਇੰਸ ਦੇ ਵਿੱਚ, ਸਿਰਫ ਸੋਸ਼ਲ ਸਾਇੰਸ 'ਚ ਪਾਸ ਹੋਏ ਨੇ, ਮਤਲਬ ਬਾਕੀਆਂ 'ਚ ਪੱਕਾ ਫੇਲ ਨੇ। ਜੇ ਓਨਲੀ ਵਰਡ ਨਾ ਲਿਖਿਆ ਹੁੰਦਾ ਪਾਸਡ ਇਨ ਸੋਸ਼ਲ ਸਾਇੰਸਿਸ 62 ਨੇ, ਮਤਲਬ ਉਹ 62 ਬੱਚੇ ਸੋਸ਼ਲ ਸਾਇੰਸ 'ਚ ਤਾਂ ਪਾਸ ਹੋਏ, ਹੋ ਸਕਦਾ ਮੈਥ 'ਚ ਵੀ ਹੋਏ ਹੋਣ, ਹੋ ਸਕਦਾ ਸਾਇੰਸ 'ਚ ਵੀ ਹੋਏ ਹੋਣ, ਹੋ ਸਕਦਾ ਨਾ ਹੋਏ ਹੋਣ, ਪਤਾ ਨਹੀਂ। ਪਰ ਓਨਲੀ ਨੇ ਪਤਾ ਕਰਤਾ, ਓਨਲੀ ਕਹਿੰਦਾ ਸਿਰਫ ਸੋਸ਼ਲ ਸਾਇੰਸ 'ਚ ਪਾਸ ਹੋਏ ਨੇ, ਬਾਕੀਆਂ 'ਚ ਉੱਡੇ ਨੇ। ਇਸੇ ਤਰ੍ਹਾਂ ਪਾਸਡ ਇਨ ਮੈਥਮੈਟਿਕਸ ਓਨਲੀ 48, ਪਾਸਡ ਇਨ ਸਾਇੰਸਿਸ ਓਨਲੀ 52। ਤਾਂ ਬੱਚੇ ਜਿਹੜੇ 450 ਬੱਚੇ ਨੇ ਉਹਨਾਂ ਦਾ ਸਾਨੂੰ ਡਾਟਾ ਦਿੱਤਾ 3 ਸਬਜੈਕਟਾਂ ਦੇ ਵਿੱਚ ਪਾਸ ਫੇਲ ਹੋਣ ਦਾ। ਤਾਂ ਆ ਬੱਚੇ ਪਹਿਲਾ ਸਰਕਲ ਬਣਾਤਾ ਸੋਸ਼ਲ ਸਾਇੰਸਿਸ ਦਾ। ਆ ਜਿਹੜਾ ਮੈਂ ਟੇਬਲ ਦੀ ਇੱਕ ਸਪੇਸ ਜੀ ਲਿਆ ਆ, ਇਹ ਸਪੇਸ ਮੰਨ ਲਓ ਕੀ ਹੈ ਤੁਹਾਡੀ ਪੂਰੀ ਕਲਾਸ ਜਿਹਦੇ ਵਿੱਚ 450 ਬੱਚਾ ਹੈ। ਤਾਂ ਉਹ 450 ਦੇ ਵਿੱਚੋਂ ਕੁਝ ਬੱਚੇ ਸੋਸ਼ਲ ਸਾਇੰਸਿਸ 'ਚ ਪਾਸ ਹੋਏ ਹੋਣਗੇ, ਤਾਂ ਸੋਸ਼ਲ ਸਾਇੰਸਿਸ ਦਾ ਇੱਕ ਸਰਕਲ ਬਣਾਵਾਂਗੇ ਵੈਨ ਡਾਇਗਰਾਮ 'ਚ, ਜਿਵੇਂ ਸਰਕਲ ਬਣਾਉਂਦੇ ਆ। ਕੁਝ ਬੱਚੇ ਮੈਥ 'ਚ ਪਾਸ ਹੋਏ ਹੋਣਗੇ ਤਾਂ ਮੈਥ ਦਾ ਵੀ ਇੱਕ ਸਰਕਲ ਬਣੂਗਾ। ਕੁਝ ਬੱਚੇ ਸਾਇੰਸ 'ਚ ਪਾਸ ਹੋਏ ਹੋਣਗੇ ਤਾਂ ਸਾਇੰਸ ਦਾ ਵੀ ਇੱਕ ਸਰਕਲ ਬਣੂਗਾ। ਤਾਂ 3 ਸਰਕਲ ਬਣ ਗਏ ਤਿੰਨਾਂ ਸਬਜੈਕਟਾਂ ਦੇ, ਕਿਉਂਕਿ ਕੁਝ ਬੱਚੇ ਇਹੋ ਜਿਹੇ ਨੇ ਜਿਹੜੇ ਸੋਸ਼ਲ ਸਾਇੰਸ 'ਚ ਵੀ ਪਾਸ ਹੋਏ, ਮੈਥ 'ਚ ਵੀ ਪਾਸ ਹੋਏ, ਮਤਲਬ ਦੋਨਾਂ ਸਰਕਲਾਂ 'ਚ ਆਏ, ਤਾਂ ਮਤਲਬ ਦੋਨਾਂ ਸਰਕਲਾਂ ਦਾ ਕੋਈ ਕਾਮਨ ਪੋਰਸ਼ਨ ਹੋਊਗਾ। ਇਸੇ ਤਰ੍ਹਾਂ ਸਾਇੰਸ ਦੇ ਨਾਲ ਵੀ ਕਾਮਨ ਪੋਰਸ਼ਨ ਹੋਊਗਾ। ਤਾਂ ਕਹਿਣ ਦਾ ਮਤਲਬ ਤਿੰਨਾਂ ਸਬਜੈਕਟਾਂ ਦਾ ਜਿਹੜਾ ਸਰਕਲ ਬਣਨਾ ਉਹਦੇ ਵਿੱਚ ਕੁਝ ਕਾਮਨ ਹੋਊਗਾ। ਤਾਂ ਇਸ ਕਰਕੇ ਸਰਕਲ ਕਿਹੋ ਜਿਹੇ ਬਣਨਗੇ, ਵੈਨ ਡਾਇਗਰਾਮ ਕਿਹੋ ਜਿਹੀ ਬਣੂਗੀ, ਇਹੋ ਜਿਹੀ। ਆ ਸੋਸ਼ਲ ਸਾਇੰਸਿਸ SS ਲਿਖਤਾ, ਆ ਮੈਥ ਲਿਖਤਾ, ਆ ਤੁਹਾਡਾ ਕੱਲਾ ਸਾਇੰਸਿਸ ਮੈਂ SC ਲਿਖ ਦੇਣਾ।
ਆ ਸਾਇੰਸਿਸ ਲਿਖਤਾ। ਤਾਂ ਆ ਬੱਚੇ ਤੁਹਾਡੀ ਪੂਰੀ ਕਲਾਸ ਹੈ 450 ਬੱਚੇ, ਜਿਹਦੇ ਵਿੱਚ ਸੋਸ਼ਲ ਸਾਇੰਸ 'ਚ ਪਾਸ ਹੋਣ ਵਾਲਾ ਸਰਕਲ, ਮੈਥ 'ਚ ਪਾਸ ਹੋਣ ਵਾਲਾ ਸਰਕਲ, ਸਾਇੰਸ 'ਚ ਪਾਸ ਹੋਣ ਵਾਲਾ ਸਰਕਲ। ਆਪਾਂ ਸਰਕਲ ਦੇ ਵਿੱਚ ਆ ਜਿਹੜੀ ਡਿਵੀਜ਼ਨ ਹੋਈ ਆ ਇਹਨੂੰ ਐਕਸਪਲੇਨ ਪਿਛਲੀ ਕਲਾਸ 'ਚ ਕਰ ਚੁੱਕੇ ਆਂਗੇ। ਹੁਣ ਸਿੱਧਾ ਫਿਗਰਸ ਦੇਖੋ। ਉਹ ਕਹਿੰਦੇ ਪਾਸਡ ਇਨ ਆਲ ਦਾ ਸਬਜੈਕਟਸ ਇਜ਼ 167। 167 ਬੱਚੇ ਇਹੋ ਜਿਹੇ ਨੇ ਜਿਹੜੇ ਤਿੰਨਾਂ ਸਬਜੈਕਟਾਂ ਦੇ ਵਿੱਚ ਪਾਸ ਹੋ ਗਏ। ਤਿੰਨਾਂ ਸਬਜੈਕਟਾਂ ਦੇ ਵਿੱਚ ਪਾਸ ਹੋਣ ਦਾ ਮਤਲਬ ਕੀ ਹੈ ਬੱਚੇ? ਉਹ ਬੱਚੇ ਜਿਹੜੇ ਤਿੰਨਾਂ ਸਰਕਲਾਂ ਦਾ ਹਿੱਸਾ ਨੇ। ਤਾਂ ਤਿੰਨਾਂ ਸਰਕਲਾਂ ਦਾ ਹਿੱਸਾ ਆ ਵਿਚਲੀ ਵੈਲਿਊ 167। ਸਮਝ ਆ ਗਿਆ ਬੱਚੇ? 167 ਕਿਹੜੀ ਵੈਲਿਊ? ਆ ਵੈਲਿਊ, ਆ ਹਿੱਸਾ ਜਿਹੜਾ ਤਿੰਨਾਂ ਸਰਕਲਾਂ ਦੇ ਵਿੱਚ ਆ ਰਿਹਾ, ਆ ਹਿੱਸਾ ਤਿੰਨਾਂ ਸਰਕਲਾਂ ਦੇ ਵਿੱਚ ਆ ਰਿਹਾ ਨਾ, ਤਾਂ ਇਹ 167 ਸਟੂਡੈਂਟਸ ਨੇ। ਇਸ ਤੋਂ ਬਾਅਦ ਉਹ ਕਹਿੰਦਾ ਫੇਲਡ ਇਨ ਆਲ ਦਾ 3 ਸਬਜੈਕਟਸ ਇਜ਼ 60। 60 ਬੱਚੇ ਇਹੋ ਜਿਹੇ ਨੇ ਜਿਹੜੇ ਤਿੰਨਾਂ ਸਬਜੈਕਟਾਂ 'ਚ ਫੇਲ ਹੋ ਗਏ। ਤਿੰਨਾਂ ਸਬਜੈਕਟਾਂ 'ਚ ਫੇਲ ਹੋਣ ਦਾ ਮਤਲਬ ਉਹ ਬੱਚੇ ਜਿਹੜੇ ਨਾ ਤਾਂ ਇਸ ਸਰਕਲ 'ਚ ਨੇ, ਨਾ ਮੈਥ ਵਾਲੇ ਸਰਕਲ 'ਚ ਨੇ, ਨਾ ਸਾਇੰਸ ਵਾਲੇ ਸਰਕਲ 'ਚ ਨੇ, ਇਹਨਾਂ ਸਰਕਲਾਂ ਤੋਂ ਬਾਹਰ। ਤਾਂ ਫੇਲਡ ਇਨ ਆਲ ਦਾ 3 ਸਬਜੈਕਟਸ ਆਪਾਂ ਇੱਥੇ ਸਾਈਡ ਤੇ ਲਿਖ ਲੈਂਦੇ ਕਿਉਂਕਿ ਕਲਾਸ ਦਾ ਹਿੱਸਾ ਤਾਂ ਹੈਗੇ ਨੇ ਉਹ। ਫੇਲਡ ਇਨ ਆਲ ਸਬਜੈਕਟਸ ਉਹ 60 ਬੱਚੇ ਨੇ। ਤਾਂ 60 ਬੱਚੇ ਕਲਾਸ ਦਾ ਹਿੱਸਾ ਤਾਂ ਹੈਗੇ ਨੇ ਪਰ ਆ ਤਿੰਨਾਂ ਸਰਕਲਾਂ ਤੋਂ ਬਾਹਰ ਨੇ ਕਿਉਂਕਿ ਤਿੰਨਾਂ 'ਚ ਫੇਲ ਹੋ ਗਏ। ਫਿਰ ਉਸ ਤੋਂ ਬਾਅਦ ਪਾਸ ਵਾਲੇ ਚੱਕੋ, ਆ ਫੇਲ ਵਾਲੇ ਹਲੇ ਨਾ ਚੱਕੋ। ਪਾਸਡ ਇਨ ਸੋਸ਼ਲ ਸਾਇੰਸਿਸ ਓਨਲੀ ਇਜ਼ 62। ਤਾਂ ਬੱਚੇ 62 ਬੱਚੇ ਸੋਸ਼ਲ ਸਾਇੰਸ 'ਚ ਪਾਸ ਹੋ ਗਏ। ਜੇ ਓਨਲੀ ਵਰਡ ਨਾ ਲਿਖਿਆ ਹੁੰਦਾ ਤਾਂ ਸੋਸ਼ਲ ਸਾਇੰਸ 'ਚ ਕੁੱਲ ਪਾਸ ਹੋਣ ਵਾਲੇ 62, ਤਾਂ ਮਤਲਬ ਸੋਸ਼ਲ ਸਾਇੰਸ ਦਾ ਪੂਰਾ ਸਰਕਲ 62 ਦਾ ਹੁੰਦਾ ਫਿਰ ਤਾਂ, ਜੇ ਓਨਲੀ ਨਾ ਲਿਖਿਆ ਹੁੰਦਾ। ਪਰ ਬੱਚੇ ਓਨਲੀ ਲਿਖਣ ਦਾ ਮਤਲਬ ਆਪਾਂ ਪਿਛਲੀ ਕਲਾਸ 'ਚ ਐਕਸਪਲੇਨ ਵੀ ਕੀਤਾ ਸੀ ਕਿ ਸਿਰਫ ਸੋਸ਼ਲ ਸਾਇੰਸ 'ਚ ਪਾਸ ਹੋਏ ਨੇ ਇਹ 62 ਬੱਚੇ, ਬਾਕੀ ਦੋਨਾਂ 'ਚ ਫੇਲ ਹੋਏ ਨੇ। ਬਾਕੀ ਦੋਨਾਂ 'ਚ ਫੇਲ ਹੋਣ ਦਾ ਮਤਲਬ ਮੈਥ ਤੋਂ ਵੀ ਬਾਹਰ, ਸਾਇੰਸ ਤੋਂ ਵੀ ਬਾਹਰ, ਪਰ ਸੋਸ਼ਲ ਸਾਇੰਸ ਦੇ ਅੰਦਰ। ਤਾਂ 62 ਬੱਚੇ ਇੱਥੇ। ਜੇ ਪੂਰੇ ਸਰਕਲ ਦੀ ਗੱਲ ਕਰਦੇ ਸੋਸ਼ਲ ਸਾਇੰਸ 'ਚ ਪਾਸ ਹੋਣ ਵਾਲੇ ਬੱਚੇ ਤਾਂ ਬ੍ਰੈਕਟ 'ਚ ਇੱਥੇ ਬਾਹਰ ਲਿਖ ਦਿੰਦੇ, ਪਰ ਹੁਣ ਇਕੱਲੇ 62 ਆ ਬੱਚੇ ਨੇ। ਆ ਸਿਰਫ ਸੋਸ਼ਲ ਸਾਇੰਸ 'ਚ ਪਾਸ ਹੋਏ ਬੱਚੇ ਨੇ। ਸਮਝ ਆ ਗਿਆ ਬੱਚੇ ਸਾਰਿਆਂ ਨੂੰ? ਇਹ ਓਨਲੀ ਸੋਸ਼ਲ ਸਾਇੰਸ ਹੈ। ਓਨਲੀ ਨਾ ਲਿਖਿਆ ਹੁੰਦਾ ਤਾਂ ਪੂਰਾ ਸਰਕਲ ਸੋਸ਼ਲ ਸਾਇੰਸ ਦਾ, ਓਨਲੀ ਲਿਖਿਆ ਤਾਂ ਆ ਕਾਲਾ ਹਿੱਸਾ। ਪਾਸਡ ਇਨ ਮੈਥਮੈਟਿਕਸ ਓਨਲੀ 48 ਮੈਥ 'ਚ ਪਾਸ ਹੋਏ। ਪਾਸਡ ਇਨ ਸਾਇੰਸ ਓਨਲੀ 52 ਸਾਇੰਸ 'ਚ ਪਾਸ ਹੋਏ। ਤਾਂ ਓਨਲੀ ਦਾ ਪੋਰਸ਼ਨ ਜਿਹੜਾ ਸੀਗਾ ਲਿਖਤਾ। ਫਿਰ ਆ ਡਾਟਾ ਜਿਹੜਾ ਆਪਾਂ ਛੱਡਿਆ ਸੀਗਾ ਇਹ ਚੱਕ ਲਓ ਬੱਚੇ। ਮੈਂ ਦੱਸਦਾ ਆਮ ਤੌਰ ਤੇ ਜਦੋਂ ਇਹ ਸਵਾਲ ਕਰਾਇਆ ਗਿਆ, ਮਤਲਬ ਆਪਾਂ ਉਵੇਂ ਕਿਸੇ ਨੂੰ ਭੰਡਦੇ ਨਹੀਂ, ਪਰ ਆਮ ਤੌਰ ਤੇ ਜਦੋਂ ਇਹ ਸਵਾਲ ਟੀਚਰਸ ਕਰਵਾ ਰਹੇ ਨੇ, ਮੈਂ ਆਪ ਜਦੋਂ ਨਜ਼ਰ ਮਾਰੀ ਹੈ ਤਾਂ ਬੱਚੇ ਉਹ 2 ਪਾਈ ਚਾਰਟਸ ਬਣਵਾ ਰਹੇ ਨੇ, ਇੱਕ ਸੈੱਟ ਇੱਕ ਅਲੱਗ ਸੈੱਟ। ਇਹ ਪਾਸ ਵਾਲਿਆਂ ਦਾ ਸੈੱਟ, ਇੱਕ ਇਹੋ ਜਿਹਾ ਫਿਰ ਫੇਲ ਵਾਲੇ ਦਾ ਸੈੱਟ। ਤਾਂ ਬੱਚੇ ਬਹੁਤ ਲੈਂਥੀ ਬਣ ਰਹੇ ਤੇ ਬਹੁਤ ਕੰਪਲੀਕੇਟਡ ਬਣ ਰਿਹਾ। ਤਾਂ ਤੁਸੀਂ ਪਾਸ ਦਾ ਤੇ ਫੇਲ ਦਾ ਅਲੱਗ ਚਾਰਟ, ਅਲੱਗ ਵੈਨ ਡਾਇਗਰਾਮ ਨਹੀਂ ਬਣਾਉਣੀ। ਕਮੈਂਟ ਸੈਕਸ਼ਨ 'ਚ ਵੀ ਕੁਝ ਬੱਚੇ ਕਮੈਂਟ ਕਰ ਰਹੇ ਸੀ ਕਿ ਸਰ ਜੇ ਪਾਸ ਦਾ ਅਲੱਗ ਤੇ ਫੇਲ ਦਾ ਅਲੱਗ ਬਣਾਈਏ, ਉਸ ਚੱਕਰ 'ਚ ਨਹੀਂ ਪੈਣਾ। ਇਹਨੂੰ ਕੁਐਸਚਨ ਨੂੰ ਕੰਪਲੈਕਸ ਨਹੀਂ ਕਰਨਾ। ਇਹਦੇ ਵਿੱਚ ਹੀ ਦੇਖੋ ਫੇਲਡ ਇਨ ਸੋਸ਼ਲ ਸਾਇੰਸਿਸ ਇਜ਼ 175। ਐਗਜ਼ਾਮੀਨਰ ਕਹਿੰਦਾ ਤੁਸੀਂ ਸਿਰਫ ਸਮਝਣ ਦੀ ਕੋਸ਼ਿਸ਼ ਕਰੋ। ਫੇਲਡ ਇਨ ਸੋਸ਼ਲ ਸਾਇੰਸਿਸ ਇਜ਼ 175। ਐਗਜ਼ਾਮੀਨਰ ਕਹਿੰਦਾ ਸੋਸ਼ਲ ਸਾਇੰਸਿਸ ਦੇ ਵਿੱਚ ਫੇਲ ਹੋਣ ਵਾਲੇ ਬੱਚਿਆਂ ਦੀ ਗਿਣਤੀ 175 ਹੈ। ਫੇਲ ਹੋਣ ਦਾ ਮਤਲਬ ਕੀ ਆ? ਆ ਸੋਸ਼ਲ ਸਾਇੰਸਿਸ ਦਾ ਜਿਹੜਾ ਸਰਕਲ ਹੈ ਇਹ ਪਾਸ ਵਾਲਾ ਸਰਕਲ ਹੈ। ਤਾਂ ਜਿਹੜੇ ਬੱਚੇ ਸੋਸ਼ਲ ਸਾਇੰਸ 'ਚ ਫੇਲ ਹੋ ਗਏ ਮਤਲਬ ਸਰਕਲ ਤੋਂ ਬਾਹਰ ਨੇ। ਤਾਂ ਇਸ ਸਰਕਲ ਤੋਂ ਬਾਹਰ ਜਿਹੜੀ ਗਿਣਤੀ ਉਹ 175 ਹੋਣੀ ਚਾਹੀਦੀ ਹੈ। ਤਾਂ ਇਸ ਸਰਕਲ ਤੋਂ, ਪੂਰਾ ਸੋਸ਼ਲ ਸਾਇੰਸ ਦਾ ਸਰਕਲ, ਇਸ ਸਰਕਲ ਤੋਂ ਬਾਹਰ ਕੀ ਹੈ? ਇੱਕ ਓਨਲੀ ਮੈਥ, ਇੱਕ ਓਨਲੀ ਸਾਇੰਸ, ਇੱਕ ਮੈਥ ਪਲੱਸ ਸਾਇੰਸ ਓਨਲੀ ਆ ਪੋਰਸ਼ਨ, ਮੈਥ ਪਲੱਸ ਸਾਇੰਸ ਓਨਲੀ, ਤੇ ਇੱਕ ਜਿਹੜੇ ਤਿੰਨਾਂ 'ਚ ਫੇਲ ਹੋ ਗਏ। ਤਾਂ ਬੱਚੇ 175 ਚੋਂ 60 ਬੱਚੇ ਤਾਂ ਜਿਹੜੇ ਤਿੰਨਾਂ 'ਚ ਫੇਲ ਹੋ ਗਏ। ਜਿਹੜੇ ਸੋਸ਼ਲ ਸਾਇੰਸ ਦੇ ਵਿੱਚ ਫੇਲ ਹੋਏ ਨੇ ਤਾਂ ਉਹ ਮਤਲਬ ਸੋਸ਼ਲ ਸਾਇੰਸ ਤੋਂ ਬਾਹਰ ਹੋਣੇ ਚਾਹੀਦੇ। ਤਾਂ ਇਹਨਾਂ ਤਿੰਨਾਂ 'ਚ ਪਲੱਸ ਉਹ ਚੌਥੀ ਥਾਂ। ਤਾਂ 175 ਚੋਂ 60 ਤਾਂ ਉਹੀ ਨੇ, 115 ਰਹਿ ਗਏ। ਤਾਂ ਆ ਵੈਲਿਊ ਪਲੱਸ ਆ ਵੈਲਿਊ ਪਲੱਸ ਆ ਵੈਲਿਊ 115, ਜਾਂ ਆ ਚਾਰੇ ਵੈਲਿਊਜ਼ ਦਿਸ ਐਂਡ ਦਿਸ, ਇਹ 175 ਬਣਨਾ ਚਾਹੀਦਾ ਹੈ। ਜਿਹਦੇ ਵਿੱਚ 48 ਪਲੱਸ ਪਤਾ ਨਹੀਂ ਕਿੰਨੀ ਵੈਲਿਊ, ਜੇ ਮੈਂ ਇਹਨੂੰ A ਲਿਖ ਲਾਂ ਤਾਂ ਇੱਧਰ A ਲਿਖ ਲਿਆ, ਪਲੱਸ 52 ਪਲੱਸ 60, ਇਹ ਕਹਿੰਦੇ 175 ਦੇ ਬਰਾਬਰ ਹੈ। ਸੋਸ਼ਲ ਸਾਇੰਸਿਸ ਦੇ ਵਿੱਚ ਫੇਲ ਹੋਣ ਵਾਲੇ ਬੱਚੇ ਜੇ 175 ਨੇ ਤਾਂ ਸੋਸ਼ਲ ਸਾਇੰਸਿਸ ਦੇ ਸਰਕਲ ਤੋਂ ਬਾਹਰ 175 ਹੋਣੇ ਚਾਹੀਦੇ, ਜਿਹਦੇ ਵਿੱਚ 48 A 52 ਤੇ ਉਹ ਸਾਰੇ ਬਾਹਰ ਨੇ ਜਿਹੜੇ 60। ਤਾਂ A ਦੀ ਵੈਲਿਊ ਕੀ ਆ ਜੂ? 48 ਤੇ 52 ਹੁੰਦਾ 100, 100 ਤੇ 60 160। ਤਾਂ A ਦੀ ਵੈਲਿਊ ਆ ਜੂ ਇਹ ਚੋਂ 160 ਮਾਈਨਸ ਕਰੋ 15। ਤਾਂ ਬੱਚੇ A ਦੀ ਵੈਲਿਊ ਤੁਹਾਡੀ ਕਿੰਨੀ ਆ ਗਈ? 15। ਤਾਂ A 15 ਆ ਗਿਆ।
ਇਸੇ ਤਰ੍ਹਾਂ ਬਾਕੀ ਵੈਲਿਊਜ਼ ਆ ਜਾਣਗੇ ਜੇ ਇਹਨੂੰ B ਤੇ ਇਹਨੂੰ C ਮੰਨ ਲਈਏ। ਫੇਲਡ ਇਨ ਮੈਥਮੈਟਿਕਸ 199, ਮੈਥ 'ਚ ਉੱਡਣ ਵਾਲੇ ਬੱਚਿਆਂ ਦੀ ਗਿਣਤੀ 199 ਹੈ। ਮੈਥ ਦੇ ਸਰਕਲ ਤੋਂ ਬਾਹਰ 199 ਹੋਣੇ ਚਾਹੀਦੇ ਆ। ਤਾਂ 62 ਆ ਖਾਲੀ ਥਾਂ 52 ਤੇ 60, ਤਾਂ ਇਹ ਕਿੰਨੇ ਬਣ ਗਏ? ਇਹ ਖਾਲੀ ਥਾਂ ਨੂੰ ਛੱਡ ਕੇ 100, ਖਾਲੀ ਥਾਂ 62 52 ਤੇ 60, ਕੁੱਲ 199 ਹੋਣੇ ਚਾਹੀਦੇ ਆ। ਤਾਂ 62 ਤੇ 52 ਹੋ ਗਿਆ 114, 114 ਤੇ 60 ਹੋ ਗਿਆ 174। ਤਾਂ ਇੱਥੇ ਕਿੰਨੇ ਹੋਣ ਕਿ 199 ਬਣ ਜਾਣ? 199 ਚੋਂ 74 ਮਾਈਨਸ ਕਰ ਦੋ, 25 ਬੱਚੇ ਇੱਥੇ ਆ ਗਏ। ਇੱਕ ਬਚ ਗਈ ਥਾਂ। ਫੇਲਡ ਇਨ ਸਾਇੰਸਿਸ ਇਜ਼ 191, ਤਾਂ ਸਾਇੰਸ 'ਚ ਫੇਲ ਹੋਣ ਵਾਲੇ ਬੱਚੇ 191 ਨੇ। ਤਾਂ ਸਾਇੰਸ ਦੇ ਸਰਕਲ ਤੋਂ ਬਾਹਰ 62 ਖਾਲੀ ਥਾਂ 48 60, 62 ਤੇ 48 ਹੋ ਗਿਆ 110, 110 ਤੇ 60 ਹੋ ਗਿਆ 170। ਖਾਲੀ ਥਾਂ ਵਿੱਚ ਜੋੜਾਂਗੇ ਤਾਂ 199 ਬਣਨਾ ਚਾਹੀਦਾ, ਤਾਂ 170 ਚ ਕੀ ਜੋੜਾਂਗੇ ਕਿ 199 ਬਣ ਜੇ, ਸੌਰੀ 191 ਬਣਨਾ ਚਾਹੀਦਾ। ਤਾਂ 170 ਚ ਕੀ ਜੋੜਾਂਗੇ ਕਿ 191 ਬਣ ਜੇ, 21 ਜੋੜਾਂਗੇ ਤਾਂ ਇੱਥੇ ਵੈਲਿਊ ਆ ਗਈ 21। ਤਾਂ ਬੱਚੇ ਇਹ ਸਮਝ ਲੱਗ ਗਈਆਂ ਵੈਲਿਊਜ਼ ਕਿਵੇਂ ਭਰੀਆਂ ਨੇ ਆਪਾਂ ਪਹਿਲਾਂ ਦੇਖਿਆ ਫੇਲਡ ਪਾਸਡ ਇਨ ਆਲ ਸਬਜੈਕਟਸ, ਤਾਂ ਤਿੰਨਾਂ ਦਾ ਕਾਮਨ 167, ਫੇਲਡ ਇਨ ਆਲ ਦਾ ਸਬਜੈਕਟਸ 60 ਬਾਹਰ ਲਿਖਤਾ ਤਿੰਨਾਂ ਸਰਕਲਾਂ ਤੋਂ। ਸੋਸ਼ਲ ਸਾਇੰਸ ਚ ਪਾਸ ਹੋਣ ਵਾਲੇ 62, ਓਨਲੀ ਸੋਸ਼ਲ ਸਾਇੰਸ ਹੈ ਤਾਂ 62, ਓਨਲੀ ਮੈਥ ਹੈ 48, ਓਨਲੀ ਸਾਇੰਸ ਹੈ 52। ਫਿਰ ਆ ਫੇਲਡ ਵਾਲਾ ਮੈਂ ਐਕਸਪਲੇਨ ਕੀਤਾ ਕਿ 15, 21 ਤੇ 25 ਵੈਲਿਊਜ਼ ਕਿਵੇਂ ਆਈਆਂ। ਜਦੋਂ ਆ ਵੈਲਿਊਜ਼ ਤੁਹਾਡੀਆਂ ਆ ਗਈਆਂ ਤਾਂ ਮਤਲਬ ਸਾਰਾ ਟੇਬਲ ਬਣ ਗਿਆ, ਪੂਰੀ ਦੀ ਪੂਰੀ ਵੈਨ ਡਾਇਗਰਾਮ ਬਣ ਗਈ। ਆ ਪੂਰੀ ਦੀ ਪੂਰੀ ਵੈਨ ਡਾਇਗਰਾਮ ਦੇ ਵਿੱਚੋਂ ਫਿਰ ਐਗਜ਼ਾਮੀਨਰ ਜਿਹੜੇ ਮਰਜ਼ੀ 5 ਸਵਾਲ ਪੁੱਛੀ ਜਾਵੇ, ਅਸੀਂ ਉਹ 5 ਦੇ 5 ਸਵਾਲ 10-10 ਸਕਿੰਟਾਂ ਦੇ ਹਿਸਾਬ ਨਾਲ ਕਰ ਦਾਂਗੇ, ਮਤਲਬ 1 ਮਿੰਟ ਪੂਰਾ ਲੱਗਣਾ ਨਹੀਂ, 5 ਦੇ 5 ਸਵਾਲ ਹੋ ਜਾਣਗੇ। ਤਾਂ ਆ ਵੈਨ ਡਾਇਗਰਾਮ ਉਤਾਰਨ 'ਚ ਇਹ ਵੈਨ ਡਾਇਗਰਾਮ ਦੇ ਵਿੱਚ ਜਿਹੜਾ ਸਾਨੂੰ ਡਾਟਾ ਗਿਵਨ ਹੈ, ਜਿਹੜੀ ਸਾਰੀ ਇਨਫੋਰਮੇਸ਼ਨ ਗਿਵਨ ਹੈ, ਉਹਨੂੰ ਐਕਸਟਰੈਕਟ ਕਰਨਾ ਤੇ ਵੈਨ ਡਾਇਗਰਾਮ ਬਣਾਉਣੀ ਹੈ। ਉਹਦੇ ਲਈ ਹੋ ਸਕਦਾ ਸਾਨੂੰ 1.5 ਤੋਂ 2 ਮਿੰਟ, ਜਾਂ ਜਿਹੜੇ ਬੱਚਿਆਂ ਨੂੰ ਥੋੜਾ ਜਿਹਾ ਘੱਟ ਸਮਝ ਆ ਰਿਹਾ, ਟਾਈਮ ਲੱਗ ਰਿਹਾ, 2.5 ਮਿੰਟ ਲੱਗ ਸਕਦੇ, 3 ਮਿੰਟ ਲੱਗ ਗਏ। ਅਗਲੇ 1 ਮਿੰਟ 'ਚ ਪੂਰੇ 5 ਕੁਐਸਚਨ ਹੋ ਗਏ, ਤਾਂ 4 ਮਿੰਟਾਂ 'ਚ 5 ਨੰਬਰ ਪੱਕੇ ਹੋ ਰਹੇ ਨੇ। ਕੁਐਸਚਨ ਦੇਖੋ, ਉਸ ਤੋਂ ਪਹਿਲਾਂ ਮੈਂ ਆ ਇਨਫੋਰਮੇਸ਼ਨ ਮਤਲਬ ਜਿਹੜੀ ਹੈਗੀ ਇਹ ਥੋੜੀ ਕਲੀਅਰ ਇਮੇਜ ਬਣਾ ਲਿਆ ਆ। ਸੋਸ਼ਲ ਸਾਇੰਸਿਸ, ਮੈਥਮੈਟਿਕਸ, ਸਾਇੰਸਿਸ ਆ ਸਾਰੇ ਆਪਾਂ ਵੈਲਿਊਜ਼ ਕੱਢ ਲਿਆ ਸੀ। ਫੇਲਡ ਇਨ ਆਲ ਦਾ ਸਬਜੈਕਟਸ 60 ਬੱਚੇ ਬਾਹਰ ਲਿਖਤੇ। ਤਾਂ ਬੱਚੇ ਆਪਣੇ ਕੁਐਸਚਨ ਦੇਖੋ, ਪਹਿਲਾ ਕੁਐਸਚਨ ਕੀ ਹੈ? ਪਹਿਲਾ ਕੁਐਸਚਨ ਹੈ ਉਹ ਇਨਫੋਰਮੇਸ਼ਨ ਦੇ ਵਿੱਚੋਂ ਹਾਊ ਮੈਨੀ ਸਟੂਡੈਂਟਸ ਫੇਲਡ ਇਨ ਸੋਸ਼ਲ ਸਾਇੰਸਿਸ ਓਨਲੀ। ਐਗਜ਼ਾਮੀਨਰ ਕਹਿੰਦਾ ਕਿੰਨੇ ਬੱਚੇ ਫੇਲ ਹੋਏ ਓਨਲੀ ਸੋਸ਼ਲ ਸਾਇੰਸ ਦੇ ਵਿੱਚ। ਤਾਂ ਓਨਲੀ ਸੋਸ਼ਲ ਸਾਇੰਸ ਦਾ ਮਤਲਬ ਉਹ ਬੱਚੇ ਜਿਹੜੇ ਸਿਰਫ ਸੋਸ਼ਲ ਸਾਇੰਸ ਚੋਂ ਫੇਲ ਹੋਏ ਨੇ, ਮਤਲਬ ਮੈਥ ਤੇ ਸਾਇੰਸ ਚ ਪਾਸ ਹੋਣੇ ਚਾਹੀਦੇ ਆ। ਤਾਂ ਉਹ ਬੱਚੇ ਜਿਹੜੇ ਮੈਥ ਤੇ ਸਾਇੰਸ ਚ ਪਾਸ ਹੋਏ ਹੋਣ, ਮਤਲਬ ਮੈਥ ਤੇ ਸਾਇੰਸ ਦੇ ਸਰਕਲ ਚ ਆਏ ਹੋਣ ਪਰ ਸੋਸ਼ਲ ਸਾਇੰਸ ਤੋਂ ਬਾਹਰ ਹੋਣ, ਤਾਂ ਆ 15 ਬੱਚੇ ਜਿਹੜੇ ਮੈਥ ਦੇ ਸਰਕਲ ਦਾ ਹਿੱਸਾ ਨੇ, ਸਾਇੰਸ ਦੇ ਸਰਕਲ ਦਾ ਹਿੱਸਾ ਨੇ ਪਰ ਸੋਸ਼ਲ ਸਾਇੰਸਿਸ ਤੋਂ ਬਾਹਰ ਨੇ। ਤਾਂ ਬੱਚੇ 15 ਬੱਚੇ ਆ ਜਾਣਗੇ। ਤਾਂ ਇਸ ਕੁਐਸਚਨ ਦਾ ਆਨਸਰ ਆ ਗਿਆ ਤੁਹਾਡਾ ਫਸਟ ਆਪਸ਼ਨ 15। ਕਲੀਅਰ ਹੈ ਬੱਚੇ ਸਾਰਿਆਂ ਨੂੰ? ਤਾਂ ਓਨਲੀ ਵਰਡ ਦੀ ਇੰਪੋਰਟੈਂਸ ਸਮਝਣੀ ਆਪਣੇ ਆਪ ਚ। ਓਨਲੀ ਵਰਡ ਕਹਿੰਦਾ ਹੁੰਦਾ ਜਿਹਦੇ ਨਾਲ ਓਨਲੀ ਲਿਖਿਆ, ਜਿਹਦੇ ਨਾਲ ਵੀ ਓਨਲੀ ਲਿਖਿਆ ਮਤਲਬ ਸਿਰਫ ਇਹਦੀ ਗੱਲ ਹੋ ਰਹੀ ਹੈ, ਬਾਕੀ ਨਹੀਂ ਗਿਣਨੇ। ਫੇਲਡ ਇਨ ਸੋਸ਼ਲ ਸਾਇੰਸਿਸ ਓਨਲੀ ਦਾ ਮਤਲਬ ਸਿਰਫ ਸੋਸ਼ਲ ਸਾਇੰਸ ਚ ਫੇਲ ਹੋਏ ਹੋਣ, ਬਾਕੀ ਨਹੀਂ, ਬਾਕੀਆਂ ਚ ਪਾਸ ਹੋਣ। ਤਾਂ ਬਾਕੀਆਂ ਚ ਪਾਸ ਮਤਲਬ ਮੈਥ ਤੇ ਸਾਇੰਸ ਦੇ ਸਰਕਲ ਚ ਹੋਣ, ਮੈਥ ਤੇ ਸਾਇੰਸ ਦਾ ਕਾਮਨ ਹੋਵੇ ਪਰ ਸੋਸ਼ਲ ਸਾਇੰਸ ਤੋਂ ਬਾਹਰ। ਤਾਂ 15 ਬੱਚੇ। ਅਗਲਾ ਕੁਐਸਚਨ ਦੇਖੋ ਬੱਚੇ ਇਹਦੇ ਵਿੱਚ। ਅਗਲਾ ਕੁਐਸਚਨ ਹੈ ਹਾਊ ਮੈਨੀ ਸਟੂਡੈਂਟਸ ਫੇਲਡ ਇਨ 1 ਸਬਜੈਕਟ ਓਨਲੀ। ਕਿੰਨੇ ਸਟੂਡੈਂਟਸ ਨੇ ਜਿਹੜੇ ਫੇਲਡ ਇਨ 1 ਸਬਜੈਕਟ ਓਨਲੀ, ਜਿਹੜੇ ਸਿਰਫ ਇੱਕ ਸਬਜੈਕਟ 'ਚ ਫੇਲ ਹੋਏ ਨੇ। ਓਨਲੀ ਲਿਖਤਾ ਮਤਲਬ ਇੱਕ 'ਚ ਫੇਲ ਹੋਣੇ ਚਾਹੀਦੇ ਆ, ਸਿਰਫ ਇੱਕ 'ਚ ਫੇਲ ਹੋਣੇ ਚਾਹੀਦੇ ਆ, ਬਾਕੀ ਦੋਨਾਂ 'ਚ ਪਾਸ ਹੋਣੇ ਚਾਹੀਦੇ ਆ। ਤਾਂ ਜਿਵੇਂ ਬੱਚੇ ਆਪਾਂ ਪਿਛਲਾ ਕੁਐਸਚਨ ਕੀਤਾ, ਪਿਛਲਾ ਕੁਐਸਚਨ ਹਾਊ ਮੈਨੀ ਸਟੂਡੈਂਟਸ ਫੇਲਡ ਇਨ ਸੋਸ਼ਲ ਸਾਇੰਸਿਸ ਓਨਲੀ, ਇਹ ਵੀ ਤਾਂ 1 ਸਬਜੈਕਟ ਓਨਲੀ ਦਾ ਕੇਸ ਹੈ। ਤਾਂ ਉਹਦੇ ਵਿੱਚ 1 ਸਬਜੈਕਟ ਮੈਂਸ਼ਨ ਨਹੀਂ ਹੈਗਾ, ਤਾਂ ਤਿੰਨੇ ਸਬਜੈਕਟ ਦੇਖੋ। ਤਾਂ ਬੱਚੇ ਸੋਸ਼ਲ ਸਾਇੰਸਿਸ 'ਚ ਫੇਲ ਹੋਏ ਹੋਣ ਮਤਲਬ ਬਾਕੀ ਦੋਨਾਂ 'ਚ ਪਾਸ ਹੋਣ 15, ਮੈਥ 'ਚ ਫੇਲ ਹੋਏ ਹੋਣ ਮਤਲਬ ਬਾਕੀ ਦੋਨਾਂ 'ਚ ਪਾਸ ਹੋਣ 25, ਸਾਇੰਸ 'ਚ ਫੇਲ ਹੋਏ ਹੋਣ ਬਾਕੀਆਂ 'ਚ ਪਾਸ ਹੋਏ ਹੋਣ, ਬਾਕੀ ਦੋਨਾਂ 'ਚ ਪਾਸ ਹੋਏ ਹੋਣ 21। ਤਾਂ 15 + 25 + 21 ਕਿੰਨੇ ਬਣ ਗਏ? 61 ਬੱਚੇ। 15 ਤੇ 25 40, 40 ਤੇ 21 61, 61 ਸਟੂਡੈਂਟਸ ਨੇ ਹੂ ਫੇਲਡ ਇਨ 1 ਸਬਜੈਕਟ ਓਨਲੀ। 1 ਸਬਜੈਕਟ ਓਨਲੀ ਚ ਫੇਲ ਦਾ ਮਤਲਬ ਸਿਰਫ ਇੱਕ ਚ ਫੇਲ ਦਾ ਮਤਲਬ ਫਿਰ ਬਾਕੀ ਦੋਨਾਂ ਚ ਪਾਸ ਹੋਣ। ਤਾਂ ਮੈਥ ਚ ਫੇਲ ਹੋਣ ਦਾ ਮਤਲਬ ਇਹਨਾਂ ਦੋਨਾਂ ਚ ਪਾਸ ਹੋਣ 25 ਬੱਚੇ। ਸਾਇੰਸ ਸੋਸ਼ਲ ਸਾਇੰਸ ਚ ਫੇਲ ਹੋਣ ਦਾ ਮਤਲਬ ਇਸ ਤੋਂ ਬਾਹਰ ਇਹਨਾਂ ਦੋਨਾਂ ਚ ਪਾਸ ਹੋਣ 15 ਬੱਚੇ, ਤੇ ਸਾਇੰਸ ਚ ਫੇਲ ਦਾ ਮਤਲਬ ਇਹਨਾਂ ਦੋਨਾਂ ਚ ਪਾਸ ਹੋਣ 21 ਬੱਚੇ। ਆਨਸਰ ਆ ਗਿਆ 61। ਕਲੀਅਰ ਹੈ ਬੱਚੇ ਸਾਰਿਆਂ ਨੂੰ? ਇਸ ਤੋਂ ਅਗਲਾ ਕੁਐਸਚਨ ਦੇਖੋ ਹਾਊ ਮੈਨੀ ਸਟੂਡੈਂਟਸ
ਪਾਸਡ ਇਨ ਮੈਥਮੈਟਿਕਸ ਐਂਡ ਐਟ ਲੀਸਟ ਵਨ ਮੋਰ ਸਬਜੈਕਟ। ਬੱਚੇ ਪਿਛਲੀ ਕਲਾਸ ਦੇ ਵਿੱਚ ਜਦੋਂ ਮੈਂ ਵੈਨ ਡਾਇਗਰਾਮ ਕਰਾ ਰਿਹਾ ਸੀ, ਕੇਸ ਸਟੱਡੀਜ਼ ਦੇ ਕੁਐਸਚਨ ਕਰਾ ਰਿਹਾ ਸੀ, ਆਹ ਵਰਡਸ ਇੰਪੋਰਟੈਂਟ ਸੀਗੇ, ਆਹ ਵਰਡਸ ਡਿਸਕਸ ਕੀਤੇ ਸੀ ਆਪਾਂ। ਐਟ ਲੀਸਟ ਵੀ ਡਿਸਕਸ ਕੀਤਾ ਸੀ, ਐਟ ਮੋਸਟ ਵੀ ਡਿਸਕਸ ਕੀਤਾ ਸੀ। ਐਟ ਲੀਸਟ ਦਾ ਮਤਲਬ ਘੱਟੋ ਘੱਟ ਇੰਨੇ। ਜੇ ਮੈਂ ਆਪਦੇ ਜਵਾਕ ਨੂੰ ਕਹਾਂ ਕਿ ਤੂੰ ਘੱਟੋ ਘੱਟ 4 ਅਸਾਈਨਮੈਂਟਸ ਬਣਾਉਣੀਆਂ ਨੇ, ਜੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਨੈਬ ਦੇ ਪੇਪਰ ਤੋਂ ਪਹਿਲਾਂ ਘੱਟੋ ਘੱਟ 10 ਮੌਕ ਟੈਸਟ ਦੇਣੇ ਨੇ, ਮਤਲਬ ਘੱਟੋ ਘੱਟ 10, 11, 12, 13, 14 ਜਿੰਨੇ ਮਰਜ਼ੀ। ਘੱਟੋ ਘੱਟ 10 ਦਾ ਮਤਲਬ ਐਟਲੀਸਟ ਹੁੰਦਾ ਘੱਟੋ ਘੱਟ, ਤਾਂ ਘੱਟੋ ਘੱਟ 10 ਦਾ ਮਤਲਬ 10 ਜਾਂ 10 ਤੋਂ ਜ਼ਿਆਦਾ ਜਿੰਨੇ ਮਰਜ਼ੀ, 10 ਤੋਂ ਘੱਟ ਨਹੀਂ। ਤੇ ਐਟਮੋਸਟ ਹੁੰਦਾ ਵੱਧ ਤੋਂ ਵੱਧ ਇੰਨੇ। ਜੇ ਮੈਂ ਕਿਸੇ ਕੰਪਨੀ ਦਾ ਮਾਲਕ ਆ ਤੇ ਮੈਂ ਆਪਦੇ ਮੁਲਾਜ਼ਮਾਂ ਨੂੰ ਕਹਾਂ ਕਿ ਤੁਸੀਂ ਮਹੀਨੇ 'ਚ ਐਟਮੋਸਟ 3 ਛੁੱਟੀਆਂ ਲੈ ਸਕਦੇ ਹੋ, ਵੱਧ ਤੋਂ ਵੱਧ 3 ਛੁੱਟੀਆਂ ਦਾ ਮਤਲਬ 3, 2, 1 ਜਾਂ ਕੋਈ ਛੁੱਟੀ ਨਹੀਂ, 3 ਤੋਂ ਵੱਧ ਨਹੀਂ ਲੈ ਸਕਦੇ। ਆਹ ਮਤਲਬ ਹੁੰਦਾ ਐਟਲੀਸਟ ਤੇ ਐਟਮੋਸਟ ਦਾ। ਐਟਲੀਸਟ ਕਹਿੰਦੇ ਉਹ ਕਹਿੰਦੇ ਕਿੰਨੇ ਸਟੂਡੈਂਟ ਨੇ ਜਿਹੜੇ ਮੈਥ 'ਚ ਤਾਂ ਪਾਸ ਹੋਏ ਹੋਣ, ਐਂਡ ਐਟਲੀਸਟ ਵਨ ਮੋਰ ਸਬਜੈਕਟ, ਤੇ ਮੈਥ ਦੇ ਨਾਲ ਘੱਟੋ ਘੱਟ ਇੱਕ ਹੋਰ ਸਬਜੈਕਟ 'ਚ ਪਾਸ ਹੋਏ ਹੋਣ। ਤਾਂ ਬੱਚੇ ਮੈਥ ਤੋਂ ਬਿਨਾ ਹੋਰ ਕਿੰਨੇ ਸਬਜੈਕਟ ਨੇ? 1, 2। ਮੈਥ ਤੋਂ ਬਿਨਾ 2 ਸਬਜੈਕਟ ਨੇ, ਤਾਂ ਐਟਲੀਸਟ 1 ਦਾ ਮਤਲਬ ਮੈਥ ਤੋਂ ਬਿਨਾ ਇੱਕ ਹੋਰ ਸਬਜੈਕਟ ਜਾਂ 2 ਸਬਜੈਕਟਾਂ 'ਚ ਪਾਸ ਹੋਏ ਹੋਣ। ਤਾਂ ਮੈਥ 'ਚ ਤਾਂ ਪਾਸ ਹੋਏ ਹੋਣ, ਮੈਥ ਤੋਂ ਬਿਨਾ ਇੱਕ ਹੋਰ ਸਬਜੈਕਟ 'ਚ ਪਾਸ ਹੋ, ਆ ਗਲਤ ਐਰੋ ਲਾ ਗਿਆ, ਮੈਥ ਤੋਂ ਬਿਨਾ ਇੱਕ ਹੋਰ ਸਬਜੈਕਟ 'ਚ ਪਾਸ ਹੋਏ ਹੋਣ 21 ਬੱਚੇ ਜਿਹੜੇ ਮੈਥ ਤੇ ਸੋਸ਼ਲ ਸਾਇੰਸ 'ਚ ਪਾਸ ਨੇ। ਇੱਕ ਹੋਰ ਸਬਜੈਕਟ ਸਾਇੰਸ ਵੀ ਹੋ ਸਕਦਾ, ਤਾਂ 15 ਬੱਚੇ ਜਿਹੜੇ ਮੈਥ ਤੇ ਸਾਇੰਸ 'ਚ ਪਾਸ ਨੇ। ਤੇ 167 ਬੱਚੇ ਜਿਹੜੇ, ਕਿਉਂਕਿ ਐਟਲੀਸਟ 1 ਹੈ ਤਾਂ ਮਤਲਬ 2 ਵੀ ਹੋ ਸਕਦੇ ਆ, ਤਾਂ 167 ਬੱਚੇ ਜਿਹੜੇ ਮੈਥ ਤੋਂ ਬਿਨਾ 2 ਹੋਰ ਸਬਜੈਕਟਾਂ 'ਚ ਪਾਸ ਨੇ, ਜਿਹੜੇ ਟੋਟਲ 3 ਬਣ ਰਹੇ ਨੇ। ਤਾਂ ਕਿੰਨੇ ਬੱਚੇ ਬਣੇ? 21, 167 ਤੇ 15। 167 ਤੇ 15 ਹੋ ਗਿਆ ਬੱਚੇ ਤੁਹਾਡਾ 182। 182 'ਚ 21 ਜੋੜਿਆ 203। ਤਾਂ ਇਸ ਕੁਐਸਚਨ ਦਾ ਆਨਸਰ ਆ ਗਿਆ ਤੁਹਾਡਾ 203। ਤਾਂ ਆਹ ਕੁਐਸਚਨ 'ਚ ਬੱਚੇ ਹੋਰ ਕੱਢਣ ਪਾਉਣ ਨੂੰ ਕੁਛ ਨਹੀਂ। ਆ ਜਿਹੜੀ ਸਟੇਟਮੈਂਟ ਅੰਗਰੇਜ਼ੀ 'ਚ ਲਿਖੀ ਹੈ, ਸਵਾਲ ਜਿਹੜਾ ਅੰਗਰੇਜ਼ੀ 'ਚ ਪੁੱਛਿਆ ਉਹਦਾ ਪੰਜਾਬੀ 'ਚ ਮਤਲਬ ਪਤਾ ਹੋਣਾ ਚਾਹੀਦਾ ਹੈ। ਕਿੰਨੇ ਬੱਚੇ ਨੇ ਜਿਹੜੇ ਮੈਥ 'ਚ ਪਾਸ ਹੋਏ? ਹਾਊ ਮੈਨੀ ਸਟੂਡੈਂਟਸ ਪਾਸਡ ਇਨ ਮੈਥ। ਮੈਂ ਹੋਰ ਸੌਖਾ ਦੱਸਦਾ, ਪਾਸਡ ਇਨ ਮੈਥ ਦੀ ਤਾਂ ਪੱਕਾ ਕੰਡੀਸ਼ਨ ਹੈਗੀ ਹੈ, ਪਰ ਕੱਲਾ ਮੈਥ 'ਚ ਪਾਸ ਨਹੀਂ, ਨਾਲ ਘੱਟੋ ਘੱਟ ਇੱਕ ਹੋਰ ਸਬਜੈਕਟ 'ਚ ਪਾਸ ਹੋਏ ਹੋਣ। ਤਾਂ ਪਾਸਡ ਇਨ ਮੈਥ ਦੀ ਕੰਡੀਸ਼ਨ ਤਾਂ ਹੈਗੀ ਹੈ, ਤਾਂ ਮੈਥ ਵਾਲੇ ਸਰਕਲ ਦੇ ਵਿੱਚੋਂ ਵਿੱਚ ਗੱਲ ਹੋਊਗੀ, ਕਿਤੇ ਮੈਥ ਵਾਲੇ ਸਰਕਲ ਦੇ ਵਿੱਚੋਂ ਹੀ ਗੱਲ ਹੋਊਗੀ। ਮੈਥ ਵਾਲੇ ਸਰਕਲ 'ਚ ਕਿਹੜਾ ਹਿੱਸਾ ਜਿਹੜਾ ਮੈਥ ਦੇ ਨਾਲ ਘੱਟੋ ਘੱਟ ਕਿਸੇ ਇੱਕ ਹੋਰ 'ਚ ਵੀ ਪਾਸ ਹੋਵੇ। ਤਾਂ ਆਹ 48 ਨਹੀਂ ਲੈਣੇ, 21, 167 ਤੇ 15 ਤਿੰਨੇ ਚੱਲਣਗੇ, ਤਾਂ ਬੱਚੇ 203 ਤੁਹਾਡਾ ਆਨਸਰ ਆ ਗਿਆ। ਅਗਲਾ ਕੁਐਸਚਨ ਦੇਖੋ ਬੱਚੇ, ਹਾਊ ਮੈਨੀ ਸਟੂਡੈਂਟਸ ਫੇਲਡ ਇਨ 2 ਸਬਜੈਕਟਸ ਓਨਲੀ। ਓਨਲੀ ਲਿਖਤਾ, ਉਹ ਕਹਿੰਦਾ ਕਿੰਨੇ ਸਟੂਡੈਂਟ ਨੇ ਜਿਹੜੇ ਫੇਲ ਹੋਏ। ਕਿਹਦੇ ਵਿੱਚ ਫੇਲ ਹੋਏ? ਸਿਰਫ 2 ਸਬਜੈਕਟਾਂ 'ਚ ਫੇਲ ਹੋਏ। ਤਾਂ ਸਿਰਫ 2 ਸਬਜੈਕਟਾਂ 'ਚ, ਓਨਲੀ ਦਾ ਮਤਲਬ ਕੰਡੀਸ਼ਨ ਹੈ ਕਿ 2 'ਚ ਹੀ ਫੇਲ ਹੋਣੇ ਚਾਹੀਦੇ ਆ, ਮਤਲਬ ਤੀਜੇ 'ਚ ਪਾਸ ਹੋਣ। ਤਾਂ ਕਿੰਨੇ ਬੱਚੇ ਜਿਹੜੇ 2 'ਚ ਫੇਲ 1 'ਚ ਪਾਸ ਹੋਏ? ਤਾਂ 2 'ਚ ਫੇਲ 1 'ਚ ਪਾਸ। ਮੈਥ ਤੇ ਸਾਇੰਸ 'ਚ ਫੇਲ, ਉਹਨਾਂ ਤੋਂ ਬਾਹਰ ਇਹਦੇ ਵਿੱਚ ਪਾਸ 62, ਮੈਥ 'ਚ ਪਾਸ ਬਾਕੀ ਦੋਨਾਂ 'ਚ ਫੇਲ 48, ਸੋਸ਼ਲ ਸਾਇੰਸ ਤੇ ਮੈਥ 'ਚ ਫੇਲ, ਸਾਇੰਸ 'ਚ ਪਾਸ 52। ਤਾਂ 62 + 48 + 52 ਕਿੰਨੇ ਬੱਚੇ ਬਣ ਗਏ? 48 ਤੇ 52 100, 100 ਤੇ 62 162 ਬੱਚੇ। ਤਾਂ ਬੱਚੇ ਇਸ ਕੁਐਸਚਨ ਦਾ ਆਨਸਰ ਆ ਗਿਆ ਡੀ ਆਪਸ਼ਨ 162। ਐਗਜ਼ਾਮੀਨਰ ਕਹਿੰਦਾ ਹਾਊ ਮੈਨੀ ਸਟੂਡੈਂਟਸ, ਕਿੰਨੇ ਬੱਚੇ ਫੇਲ ਹੋਏ ਕਿਹਦੇ ਵਿੱਚ? 2 ਸਬਜੈਕਟਸ ਓਨਲੀ। ਓਨਲੀ ਫਿਕਸ ਕਰ ਜਾਂਦਾ, ਜਿੱਥੇ ਬੱਚੇ ਓਨਲੀ ਲਿਖਿਆ ਹੋਇਆ ਨਾ, ਜਿਹੜੀ ਚੀਜ਼ ਦੇ ਨਾਲ ਓਨਲੀ ਲਿਖਿਆ ਹੋਇਆ ਉਹ ਫਿਕਸ ਹੈ, ਉਹ ਤੋਂ ਬਿਨਾ ਕੁਝ ਨਹੀਂ ਜੋੜ ਸਕਦੇ ਤੁਸੀਂ ਪੱਲਿਓ। ਤਾਂ 2 ਸਬਜੈਕਟਾਂ 'ਚ ਫੇਲ ਹੋਣੇ ਚਾਹੀਦੇ ਆ, ਮਤਲਬ ਤੀਜੇ ਦੀ ਗੱਲ ਨਹੀਂ ਹੋ ਰਹੀ, ਤੀਜੇ 'ਚ ਪਾਸ ਹੋਣੇ ਚਾਹੀਦੇ ਆ। ਤਾਂ 2 'ਚ ਫੇਲ 1 'ਚ ਪਾਸ, ਮਤਲਬ ਸਾਇੰਸ ਤੇ ਸੋਸ਼ਲ ਸਾਇੰਸ ਤੇ ਮੈਥ 'ਚ ਫੇਲ, ਤਾਂ ਇਹਨਾਂ ਦੋਨਾਂ ਤੋਂ ਬਾਹਰ ਸਾਇੰਸ 'ਚ ਪਾਸ 52 ਬੱਚੇ। ਕੱਲੇ ਸੋਸ਼ਲ ਸਾਇੰਸ 'ਚ ਪਾਸ, ਇਹਨਾਂ ਦੋਨਾਂ 'ਚ ਫੇਲ, ਕੱਲੇ ਸੋਸ਼ਲ ਸਾਇੰਸ 'ਚ ਪਾਸ 62 ਬੱਚੇ, ਇੱਧਰ 48 ਬੱਚੇ ਮੈਥ ਵਾਲੇ। ਤਾਂ ਇਹ ਆ ਗਿਆ ਬੱਚੇ 162। ਆਖਰੀ ਕੁਐਸਚਨ, ਹਾਊ ਮੈਨੀ ਸਟੂਡੈਂਟਸ ਪਾਸਡ ਐਟ ਲੀਸਟ, ਘੱਟੋ ਘੱਟ ਇਨ 1 ਸਬਜੈਕਟ। ਐਗਜ਼ਾਮੀਨਰ ਕਹਿੰਦਾ ਕਿੰਨੇ ਬੱਚੇ ਨੇ ਜਿਹੜੇ ਘੱਟੋ ਘੱਟ ਇੱਕ ਸਬਜੈਕਟ 'ਚ ਤਾਂ ਪਾਸ ਹੋਏ ਹੋਣ। ਤਾਂ ਘੱਟੋ ਘੱਟ ਇੱਕ ਸਬਜੈਕਟ ਦਾ ਮਤਲਬ 1 'ਚ ਪਾਸ ਹੋਏ ਹੋਣ, 2 'ਚ ਪਾਸ ਹੋਏ ਹੋਣ, 3 'ਚ ਪਾਸ ਹੋ ਗਏ ਹੋਣ। ਤਾਂ ਉਹ ਬੱਚੇ ਜਿਹੜੇ ਯਾਰ ਪਾਸ, ਮਤਲਬ ਯਾਰ ਉਹ ਮਾਪੇ ਜਿਹੜੇ ਤਰਸ ਰਹੇ ਨੇ ਵੀ ਮਾਂ ਦਾ ਪੁੱਤ ਕਿਸੇ 1 'ਚ ਤਾਂ ਪਾਸ ਹੋ ਜਾਂਦਾ, ਉਹਨਾਂ ਦੀ ਗੱਲ ਹੋ ਰਹੀ ਹੈ। ਕਿੰਨੇ ਬੱਚੇ ਨੇ ਜਿਹੜੇ ਘੱਟੋ ਘੱਟ 1 'ਚ ਪਾਸ ਹੋਏ ਨੇ? ਤਾਂ ਸਾਨੂੰ ਕੁੱਲ ਬੱਚੇ ਪਤਾ ਨੇ 450 ਕਲਾਸ ਦੇ ਵਿੱਚ, ਤਾਂ 450 ਦੇ ਵਿੱਚੋਂ ਆਹ ਸੂਰਮੇ ਨਹੀਂ ਚਾਹੀਦੇ ਇਕੱਲੇ, ਬਾਕੀ ਸਾਰੇ ਬੱਚੇ ਘੱਟੋ ਘੱਟ 1 'ਚ ਤਾਂ ਪਾਸ ਹੈਗੇ ਨੇ। ਆਹ 1 'ਚ ਪਾਸ ਨੇ, ਆਹ 2 'ਚ ਪਾਸ ਨੇ, ਆਹ 3 'ਚ ਪਾਸ ਨੇ,
ਤਾਂ ਇਹ ਜੋੜ ਲਓ ਜਾਂ ਤਾਂ ਵੈਲਿਊਜ਼, ਨਹੀਂ ਤਾਂ 450 ਦੇ ਵਿੱਚੋਂ ਇਕੱਲੇ ਆ ਨਹੀਂ ਚਾਹੀਦੇ ਜਿਹੜੇ ਤਿੰਨਾਂ 'ਚ ਹੀ ਮੂੰਹ ਕਾਲਾ ਕਰਾ ਕੇ ਆ ਗਏ। ਤਾਂ ਹਾਊ ਮੈਨੀ ਸਟੂਡੈਂਟਸ ਪਾਸਡ ਇਨ ਐਟਲੀਸਟ ਇਨ ਵਨ ਸਬਜੈਕਟ, ਤਾਂ 390। ਸੈਕਿੰਡ ਆਪਸ਼ਨ ਆ ਜਾਊਗਾ ਬੱਚੇ 390 ਸਟੂਡੈਂਟਸ। ਕਲੀਅਰ ਹੋ ਗਿਆ ਬੱਚੇ? ਮੈਂ ਕੀ ਦੱਸ ਰਿਹਾ, ਮਸਾਂ 10 ਸਕਿੰਟ ਲੱਗ ਰਹੇ ਨੇ ਸੋਲਵ ਕਰਨ ਤੇ। ਬੇਸਿਕਲੀ ਪਹਿਲਾਂ ਜਿਹੜੀ ਸਾਨੂੰ ਇਨਫੋਰਮੇਸ਼ਨ ਕੁਐਸਚਨ ਦੇ ਵਿੱਚ ਗਿਵਨ ਹੈ, ਮਤਲਬ ਸਟੇਟਮੈਂਟ ਦੇ ਵਿੱਚ, ਕੇਸ ਸਟੱਡੀਜ਼ ਦੇ ਕੁਐਸਚਨ 'ਚ ਸਾਰੀ ਇਨਫੋਰਮੇਸ਼ਨ ਕਿਸੇ ਫਿਗਰ ਦੀ ਫਾਰਮ 'ਚ ਨਹੀਂ ਹੋਊਗੀ, ਟੇਬਲ ਜਾਂ ਚਾਰਟ ਨਹੀਂ ਬਣਿਆ ਹੋਊ, ਗ੍ਰਾਫ ਨਹੀਂ ਬਣਿਆ ਹੋਊ, ਪੈਰਾਗ੍ਰਾਫ ਦਿੱਤਾ ਹੋਊਗਾ। ਤਾਂ ਉਹ ਸਾਰੀ ਦੀ ਸਾਰੀ ਇਨਫੋਰਮੇਸ਼ਨ ਨੂੰ ਤੁਸੀਂ ਐਕਸਟਰੈਕਟ ਕਰਨੇ ਤੇ ਵੈਨ ਡਾਇਗਰਾਮ ਬਣਦੀ ਹੈ, ਵੈਨ ਡਾਇਗਰਾਮ ਬਣਾਓ, ਬਿਨਾ ਵੈਨ ਡਾਇਗਰਾਮ ਤੋਂ ਹੁੰਦਾ, ਬਿਨਾ ਵੈਨ ਡਾਇਗਰਾਮ ਤੋਂ ਬਣਾਓ। ਉਹ ਸਾਰੀ ਇਨਫੋਰਮੇਸ਼ਨ ਐਕਸਟਰੈਕਟ ਕਰਕੇ ਫਿਰ ਜਿਹੜੇ 5 ਕੁਐਸਚਨ ਨੇ ਮਸਾਂ 10 ਸਕਿੰਟ ਲੱਗੇ, 1 ਮਿੰਟ 'ਚ 5 ਦੇ 5 ਕੁਐਸਚਨ ਆਪਾਂ ਕਰ ਲਏ। ਤਾਂ ਇੰਨੀ ਗੱਲ ਸਮਝ ਲੱਗ ਗਈ। ਇਹ ਬੱਚੇ ਆਪਣਾ ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਸੀਗਾ। ਕੋਆਪਰੇਟਿਵ ਇੰਸਪੈਕਟਰ ਦਾ 2018 ਦਾ ਪੇਪਰ, ਉਹਦੇ ਵਿੱਚ ਇਹ ਵੈਨ ਡਾਇਗਰਾਮ ਦਾ ਕੁਐਸਚਨ ਆਇਆ ਹੋਇਆ ਸੀ। ਤਾਂ ਬਹੁਤ ਸਿੰਪਲ ਹੈ। ਤੇ ਮੈਂ ਇੱਕ ਗੱਲ ਧਿਆਨ ਨਾਲ ਫੇਰ ਕਹਿ ਰਿਹਾ, ਮੈਂ ਵਾਪਸ ਇੱਥੇ ਵੈਸੇ ਬਣੀ ਹੋਈ ਹੈ, ਇਹਦੇ ਨਾਲ ਸਰ ਜੂਗਾ, ਇੱਕ ਵੈਨ ਡਾਇਗਰਾਮ ਦੇ ਨਾਲ ਸਰ ਜੂਗਾ। ਫੇਲਡ ਵਾਲੇ ਬਾਹਰ 60 ਬੱਚੇ ਪਏ ਨੇ, 2 ਤਰ੍ਹਾਂ ਦੀਆਂ ਵੈਨ ਡਾਇਗਰਾਮਸ ਨਹੀਂ ਬਣਾਉਣੀਆਂ ਕਿ ਆ ਜੀ ਇਕੱਲੇ ਪਾਸ ਵਾਲੀਆਂ ਬਣਾਉਣੀ ਆ, ਇੱਧਰ ਜੀ ਹੁਣ ਫੇਲ ਵਾਲੀਆਂ ਬਣਾ ਲੈਂਦੇ ਆ ਕੁਛ ਨਹੀਂ ਕਰਨਾ ਹੈਗਾ। ਇੱਕੋ ਨਾਲ ਸਰ ਜੂਗਾ। ਸਮਝਣਾ ਹੈ ਕਿ ਕਿਵੇਂ ਬਣਾਇਆ, ਸਮਝਣਾ ਹੈ ਕਿ ਆ 48 ਬੱਚੇ ਕਿਹੜੇ ਆ 52 ਕਿਹੜੇ ਆ 60 ਬਾਹਰ ਕਿਉਂ ਨੇ, ਆ 167 ਤਿੰਨਾਂ ਦੇ ਕਾਮਨ ਕਿਵੇਂ ਆ ਸਰਕਲ ਐਂ ਕਿਉਂ ਬਣਾਏ ਨੇ, ਇਹ ਸਮਝਣਾ ਹੈ। ਇਹਦੇ ਲਈ ਤੁਸੀਂ ਆਪਣੀ ਸ਼ੁੱਕਰਵਾਰ ਵਾਲੀ ਜਿਹੜੀ ਕਲਾਸ ਹੈ DI ਦੀ, ਮੇਰੇ ਖਿਆਲ 'ਚੋਂ 5ਵੀਂ ਕਲਾਸ ਹੈ, ਅੱਜ DI ਦੀ 6ਵੀਂ ਕਲਾਸ ਆ, ਉਹਦੇ ਵਿੱਚ ਆਪਾਂ ਐਕਸਪਲੇਨ ਕੀਤਾ ਹੈ। ਅੱਜ ਦੀ ਕਲਾਸ 'ਚ ਆਪਾਂ ਕੁਐਸਚਨ ਕਰ ਰਹੇ ਹਾਂ, ਐਗਜ਼ਾਮਪਲ ਕਰ ਰਹੇ ਹਾਂ। ਅਗਲੇ ਦਿਨਾਂ ਦੇ ਵਿੱਚ ਵੀ ਕੇਸ ਸਟੱਡੀਜ਼ ਦੇ ਵੈਨ ਡਾਇਗਰਾਮ ਵਾਲੇ ਤੇ ਬਿਨਾਂ ਵੈਨ ਡਾਇਗਰਾਮ ਵਾਲੇ ਕੁਐਸਚਨਸ ਦੀ ਪ੍ਰੈਕਟਿਸ ਕਰਦਾ ਜਾਊਂਗਾ, ਹੋਮਵਰਕ ਵੀ ਦੇਣ ਲੱਗ ਜਾਊਂਗਾ। ਤੇ ਇਹ ਜਦੋਂ ਸਮਝ ਆ ਗਿਆ ਫਿਰ ਆਪਣੇ ਕੁਐਸਚਨ ਈਜ਼ੀ ਨੇ। ਅੱਗੇ ਬੱਚੇ ਆਪਣਾ ਅੱਜ ਦੀ ਕਲਾਸ ਦਾ ਕੁਐਸਚਨ ਲਾਈਨ ਚਾਰਟ ਦਾ ਕੁਐਸਚਨ ਹੈ, ਮੈਂ ਕਰਵਾਉਂਗਾ। ਗਿਵਨ ਕੀ ਹੈ ਸਾਨੂੰ, ਸਟੱਡੀ ਦਾ ਫੋਲੋਇੰਗ ਗ੍ਰਾਫ ਕੇਅਰਫੁਲੀ ਐਂਡ ਆਂਸਰ ਦਾ ਕੁਐਸਚਨਸ ਗਿਵਨ ਬਿਲੋ ਇਟ। ਇਨਫੋਰਮੇਸ਼ਨ ਕੀ ਗਿਵਨ ਹੈ, ਦ ਨੰਬਰ ਆਫ ਸਟੂਡੈਂਟਸ ਹੂ ਜੁਆਇਨਡ ਐਂਡ ਲੈਫਟ ਦਾ ਸਕੂਲ ਇਨ ਦਾ ਬਿਗਨਿੰਗ ਆਫ ਈਅਰ ਫॉर 6 years ਫਰੋਮ 93 ਤੋਂ 98। ਤਾਂ ਉਹ ਕਹਿੰਦੇ ਕਿਸੇ ਸਕੂਲ ਦਾ ਡਾਟਾ ਗਿਵਨ ਹੈ ਕਿ ਕਿਸੇ ਸਕੂਲ ਦੇ ਵਿੱਚ 1993 ਤੋਂ ਸ਼ੁਰੂ ਹੋ ਕੇ 98 ਤੱਕ ਹਰ ਸਾਲ ਕਿੰਨੇ ਬੱਚੇ ਸਕੂਲ ਜੁਆਇਨ ਕਰਦੇ ਆ ਤੇ ਕਿੰਨੇ ਹੀ ਲੈਫਟ ਕਰਦੇ ਆ, ਕਿੰਨੇ ਸਕੂਲ 'ਚ ਭਰਤੀ ਹੁੰਦੇ ਆ, ਕਿੰਨੇ ਸਕੂਲ ਛੱਡਦੇ ਨੇ, ਉਹਦਾ ਡਾਟਾ ਗਿਵਨ ਹੈ ਹਰ ਸਾਲ ਦਾ। ਤਾਂ ਨੀਲੀ ਲਾਈਨ ਹੈ ਜਿਹੜੀ ਉਹ ਸਕੂਲ 'ਚ ਕਿੰਨੇ ਬੱਚੇ ਜੁਆਇਨ ਕਰ ਰਹੇ ਨੇ ਉਹਦੀ ਹੈ, ਤੇ ਲਾਲ ਲਾਈਨ ਹੈ ਸਕੂਲ 'ਚੋਂ ਕਿੰਨੇ ਬੱਚੇ ਹਟ ਰਹੇ ਨੇ ਉਹਦੀ ਹੈ। ਤੇ ਉਹ ਕਹਿੰਦੇ ਇਨੀਸ਼ੀਅਲ ਸਟਰੈਂਥ ਆਫ ਦਾ ਸਕੂਲ ਇਨ 1992 ਇਜ਼ 1500। ਤਾਂ 93 ਤੋਂ ਜਦੋਂ ਇਹ ਚਾਰਟ ਸ਼ੁਰੂ ਹੋ ਰਿਹਾ, ਲਾਈਨ ਚਾਰਟ 'ਚ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ ਉਹ 1993 ਤੋਂ ਦਿੱਤੀ ਹੈ। ਤਾਂ 1992 ਵਿੱਚ ਕਹਿੰਦੇ ਸਕੂਲ 'ਚ 1500 ਬੱਚੇ ਸੀ। 1992 ਤੋਂ ਬਾਅਦ 93 'ਚ ਕੀ ਹੋਇਆ, ਨੀਲੀ ਲਾਈਨ 300 ਬੱਚੇ ਸਕੂਲ 'ਚ ਨਵੇਂ ਭਰਤੀ ਹੁੰਦੇ ਆ ਤੇ ਲਾਲ ਲਾਈਨ 250 ਬੱਚੇ ਸਕੂਲ ਛੱਡ ਕੇ ਜਾਂਦੇ ਆ। ਤਾਂ ਇਹਦਾ ਐਗਰੀਗੇਟ ਕੀ ਬਣਿਆ, ਇਹਦਾ ਨਿਚੋੜ ਕੀ ਨਿਕਲਿਆ ਕਿ ਜੇ 92 ਦੇ ਅਖੀਰ ਤੇ 1500 ਬੱਚਾ ਸੀ ਸਕੂਲ 'ਚ, ਤਾਂ 93 ਸਾਲ 'ਚ ਕੀ ਹੋਇਆ, 300 ਜੁੜੇ ਪਰ 250 ਨਿਕਲ ਗਏ, ਯਾਨੀ ਕਿ ਸਿਰਫ 50 ਬੱਚੇ ਜੁੜੇ। ਜੁੜਨ ਵਾਲੇ ਵੱਧ ਨੇ, ਨਿਕਲਣ ਵਾਲੇ ਘੱਟ ਨੇ, ਸੋ 50 ਜੁੜੇ। ਅਗਲੇ ਸਾਲ 250 ਜੁੜੇ, 350 ਘਟ ਗਏ। 250 ਤਾਂ ਜੁਆਇਨ ਨੇ, 350 ਲੈਫਟ ਨੇ, ਤਾਂ ਅਗਲੇ ਸਾਲ 100 ਬੱਚੇ ਘਟ ਗਏ। ਤੀਜੇ ਸਾਲ 500 ਜੁੜੇ, 400 ਘਟ ਗਏ, ਤਾਂ 100 ਵੱਧ ਗਏ। ਇਹ ਲਿਖ ਲਓ, ਨਹੀਂ ਲਿਖਣਾ ਸਰ ਜੂਗਾ, ਫਿਰ ਵੀ ਲਿਖ ਲਓ। ਅਗਲੇ ਸਾਲ 450 ਜੁੜੇ, 300 ਘਟ ਗਏ, ਤਾਂ 150 ਵੱਧ ਗਏ। ਐਗਰੀਗੇਟ ਲਿਖਦੇ ਜਾ ਰਹੇ ਹਾਂ, ਹਰ ਸਾਲ ਦਾ ਨਿਚੋੜ ਲਿਖਦੇ ਜਾ ਰਹੇ ਹਾਂ। ਉਸ ਤੋਂ ਅਗਲੇ ਸਾਲ ਦੇ ਵਿੱਚ 400 ਜੁੜੇ, 500 ਘਟ ਗਏ, ਮਤਲਬ 100 ਘਟ ਗਿਆ ਓਵਰਆਲ। ਉਸ ਤੋਂ ਅਗਲੇ ਸਾਲ 550 ਨਵੀਂ ਐਡਮਿਸ਼ਨ ਹੈ ਪਰ 500 ਬੱਚਾ ਸਕੂਲ ਛੱਡ ਗਿਆ, ਮਤਲਬ ਸਿਰਫ 50 ਦਾ ਵਾਧਾ ਹੋਇਆ ਓਵਰਆਲ। ਤਾਂ ਇਹ ਓਵਰਆਲ ਹਰ ਸਾਲ ਦੇ ਵਿੱਚ ਇੰਨਾ ਵਾਧਾ ਜਾਂ ਘਾਟਾ, ਪਲੱਸ ਹੈ ਤਾਂ ਵਾਧਾ, ਮਾਈਨਸ ਹੈ ਤਾਂ ਘਾਟਾ। ਪਲੱਸ ਕਦੋਂ, ਜਦੋਂ ਜੁੜ ਵੱਧ ਰਹੇ ਨੇ ਪਰ ਛੱਡ ਕੇ ਘਟ ਜਾ ਰਹੇ ਨੇ। ਪਰ ਜਿਹੜੇ ਸਾਲ ਦੇ ਵਿੱਚ ਜੁੜਨ ਵਾਲਿਆਂ ਦੀ ਗਿਣਤੀ ਘੱਟ ਹੈ ਪਰ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ, ਉਦੋਂ ਆਪਾਂ ਮਾਈਨਸ ਦੇ ਵਿੱਚ ਲਿਖ ਦਾਂਗੇ ਕਿ ਓਵਰਆਲ ਪਹਿਲਾਂ ਨਾਲੋਂ 100 ਘਟ ਗਏ। ਜੇ ਪਿਛਲੇ ਸਾਲ 1750 ਸੀ ਤਾਂ ਇੱਕ ਸਾਲ ਬਾਅਦ 1650 ਰਹਿ ਗਏ, ਕਿਉਂਕਿ ਇਸ ਸਾਲ ਦੇ ਵਿੱਚ 100 ਘਟ ਗਏ। ਐਗਜ਼ਾਮਪਲ ਲੈ ਰਿਹਾ। ਤਾਂ ਇਹ ਇਨਫੋਰਮੇਸ਼ਨ ਸਮਝ ਆ ਗਈ ਬੱਚੇ। ਇਹਦੇ ਵਿੱਚੋਂ ਐਗਜ਼ਾਮੀਨਰ ਜਿਹੜਾ ਮਰਜ਼ੀ ਸਵਾਲ ਪੁੱਛ ਸਕਦਾ ਹੈ। ਜੇ ਐਗਜ਼ਾਮੀਨਰ ਸਾਨੂੰ ਪੁੱਛੇ ਵੀ ਦੱਸੋ 1996 ਦੇ ਵਿੱਚ ਸਕੂਲ 'ਚ ਗਿਣਤੀ ਕਿੰਨੀ ਹੈ, 1996 ਚ ਸਕੂਲ 'ਚ ਗਿਣਤੀ ਕਿੰਨੀ ਹੈ, ਤਾਂ 1992 ਦੀ ਗਿਣਤੀ ਸਭ ਨੂੰ ਪਤਾ ਕਿ 1500 ਸਟਰੈਂਥ ਹੈ। ਤਾਂ ਅਗਲੇ ਸਾਲ ਕੀ ਹੋਇਆ, 50 ਵੱਧ ਗਏ। ਤੁਸੀਂ ਇਹ ਨਹੀਂ ਕਰਨਾ ਹੈਗਾ ਕਿ 300 ਵੱਧ ਗਏ ਤਾਂ 1800 ਪਰ 250 ਘਟ ਗਏ ਤਾਂ 1550 ਤੇ ਆ ਗਏ, ਇਹ ਨਹੀਂ ਕਰਨਾ।
कि 300 ਵਧਾ ਵੀ ਲਿਆ ਫਿਰ 250 ਘਟਾਇਆ, ਓਵਰਆਲ 50 ਵੱਧ ਗਏ ਤਾਂ 1550 ਤੋਂ 50 ਵੱਧ ਗਏ 1500 ਤੋਂ ਸੌਰੀ 50 ਵੱਧ ਗਏ 1550। ਅਗਲੇ ਸਾਲ 100 ਘਟ ਗਿਆ 1450, ਅਗਲੇ ਸਾਲ ਫਿਰ 100 ਵੱਧ ਗਿਆ ਤਾਂ 1550, ਅਗਲੇ ਸਾਲ 150 ਵੱਧ ਗਿਆ ਤਾਂ 1700। ਆਪਾਂ 1996 ਦੇ ਕੱਢਣੇ ਸੀ ਤਾਂ 1700 ਬੱਚੇ ਆ ਜਾਣਗੇ। ਇੰਨਾ ਸਮਝ ਆ ਗਿਆ। ਇਹ ਵੀ ਨਹੀਂ ਕਰਨਾ, ਕੁਝ ਬੱਚੇ ਦੇ ਦਿਮਾਗ 'ਚ ਆਇਆ ਹੋਊਗਾ, ਹੋ ਸਕਦਾ ਕਮੈਂਟ ਵੀ ਕਰਦੇ ਹੋਣ ਵੀ ਸਰ 1500 ਵੀ ਨਾ ਛੇੜੋ, +50 -100 +100 -100 ਤੇ +100 ਕੱਟਿਆ ਗਿਆ +150, ਤਾਂ 50 ਤੇ 150 ਜਾਂ ਪਲੱਸ 'ਚ 200 ਪਲੱਸ 'ਚ 1996 ਤੱਕ ਦੇਖ ਰਹੇ ਹਾਂ। 1993 ਤੋਂ ਲੈ ਕੇ 94 95 ਤੇ 96 ਤੱਕ ਦੇਖ ਰਹੇ ਹਾਂ, ਕਿਉਂਕਿ 1996 ਦਾ ਡਾਟਾ ਕੱਢਣਾ ਤਾਂ 50 ਪਲੱਸ 'ਚ ਹੈ, 100 ਮਾਈਨਸ 'ਚ ਹੈ, ਫਿਰ 100 ਪਲੱਸ 'ਚ ਹੈ। ਆ -100 ਤੇ +100 ਕੱਟਿਆ ਗਿਆ, ਕੱਲਾ +50 ਰਹਿ ਗਿਆ, ਫਿਰ +150 ਵੀ ਜੁੜ ਗਿਆ ਤਾਂ 200 ਜੁੜ ਗਿਆ, ਓਵਰਆਲ 96 ਤੱਕ 200 ਬੱਚਾ ਜੁੜ ਗਿਆ ਤਾਂ 1500 ਚ 200 ਜੋੜ ਦੋ 1700। ਇਹ ਵੀ ਕਰ ਸਕਦੇ ਆ, ਕੱਲੇ ਸਾਲ ਦਾ ਜੰਪ ਮਾਰਨਾ, ਕਿਉਂਕਿ ਉਹ ਵੀ 50 ਜੋੜਨਾ 100 ਜੋੜਨਾ 50 ਘਟਾਉਣਾ 100 ਘਟਾਉਣਾ, ਰਾਉਂਡ ਆਫ ਦੇ ਵਿੱਚ ਹੀ ਪਲੱਸ ਮਾਈਨਸ ਈਜ਼ੀਲੀ ਕਰ ਸਕਦੇ ਆ। ਐ ਕਰ ਲਓ ਜਿਵੇਂ ਸੌਖਾ ਲੱਗਦਾ। ਐਗਜ਼ਾਮੀਨਰ ਇਹੋ ਜਿਹੀ ਕੋਈ ਇਨਫੋਰਮੇਸ਼ਨ ਦਊਗਾ, ਇਹੋ ਜਿਹਾ ਕੋਈ ਸਵਾਲ ਪੁੱਛੂਗਾ। ਹੁਣ ਆਪਾਂ 5 ਦੇ 5 ਸਵਾਲ ਦੇਖਦੇ ਹਾਂ ਬੱਚੇ। ਇਨਫੋਰਮੇਸ਼ਨ ਜਦੋਂ ਤੁਸੀਂ ਸਮਝ ਲਈ ਕਿ ਐਗਜ਼ਾਮੀਨਰ ਜੋ ਵੀ ਸਾਨੂੰ ਡਾਟਾ ਦੇ ਰਿਹਾ ਹੈਗਾ, ਉਹ ਚਾਹੇ ਪਾਈ ਚਾਰਟ ਹੈ, ਲਾਈਨ ਚਾਰਟ ਹੈ, ਡਾਟਾ ਟੇਬਲ ਹੈ, ਚਾਹੇ ਕੇਸ ਸਟੱਡੀਜ਼ ਹੈ, ਜੋ ਵੀ ਐਗਜ਼ਾਮੀਨਰ ਸਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਿਹਾ ਹੈ, ਜੋ ਵੀ ਸਾਨੂੰ ਡਾਟਾ ਦਿੱਤਾ ਜਾ ਰਿਹਾ ਹੈ, ਉਹਨੂੰ ਜਦੋਂ ਅਸੀਂ ਚੰਗੀ ਤਰ੍ਹਾਂ ਸਮਝ ਲਿਆ, ਉਹਦਾ ਜਦੋਂ ਚੰਗੀ ਤਰ੍ਹਾਂ ਐਨਾਲਿਸਿਸ ਕਰ ਲਿਆ, ਫਿਰ ਸਾਨੂੰ ਜੋ ਮਰਜ਼ੀ ਪੁੱਛਿਆ ਜਾਵੇ ਅਸੀਂ 5 ਦੇ 5 ਕੁਐਸਚਨ ਭੜਕਾ ਕੇ ਮਾਰਾਂਗੇ। ਤਾਂ ਹੁਣ ਦੇਖਿਓ ਅਗਲੇ 5 ਕੁਐਸਚਨ ਕਿੰਨੇ ਕੁ ਟਾਈਮ 'ਚ ਹੁੰਦੇ ਨੇ। ਪਹਿਲਾ ਕੁਐਸਚਨ ਉਹ ਕਹਿੰਦਾ ਵਟ ਵਾਸ ਦਾ ਇਨਕਰੀਜ਼ ਔਰ ਡਿਕਰੀਜ਼ ਇਨ ਸਟਰੈਂਥ ਆਫ ਦਾ ਸਕੂਲ ਫਰੋਮ 94 ਟੂ 95। 94 ਤੋਂ 95 ਦੱਸਣਾ ਤਾਂ ਬੱਚੇ 94 ਦੇ ਵਿੱਚ ਜਿੰਨੇ ਮਰਜ਼ੀ ਬੱਚੇ ਨੇ ਆਹ ਵੈਲਿਊਜ਼ ਨਹੀਂ ਦੇਖਣੀਆਂ, ਇਹ ਵੈਲਿਊਜ਼ ਦੇਖਣੀਆਂ ਸੀ 94 ਦੇ ਵਿੱਚ ਆਉਣ ਲਈ। 93 ਤੋਂ 94 ਲਈ ਇਹ ਵੈਲਿਊਜ਼ ਕੰਮ ਆਉਂਦੀਆਂ। 94 ਚ ਜਿੰਨੀਆਂ ਵੀ ਵੈਲਿਊ ਜਿੰਨੀ ਵੀ ਬਣ ਗਈ, 94 ਚ ਸਕੂਲ 'ਚ ਬੱਚੇ ਦੀ ਗਿਣਤੀ ਜਿੰਨੀ ਵੀ ਹੈ, 94 ਤੋਂ 95 ਦੇਖਣਾ ਤਾਂ ਸਿਰਫ ਆਹ ਵੈਲਿਊਜ਼ ਦੇਖਣੀਆਂ ਨੇ। 500 ਦਾ ਵਾਧਾ ਹੋਇਆ 100 ਛੱਡ ਗਿਆ ਤਾਂ ਓਵਰਆਲ 100 ਬੱਚਾ ਇਨਕਰੀਜ਼ ਕਰ ਗਿਆ। 500 ਦਾ ਵਾਧਾ 400 ਛੱਡ ਗਿਆ ਤਾਂ ਓਵਰਆਲ 100 ਬੱਚਾ ਇਨਕਰੀਜ਼ ਕਰ ਗਿਆ ਤਾਂ ਇਨਕਰੀਜ਼ ਬਾਈ 100। ਸਿੱਧਾ ਪਹਿਲਾ ਆਪਸ਼ਨ। ਬਹੁਤ ਇੰਪੋਰਟੈਂਟ ਚੀਜ਼ ਹੈ, ਜੇ ਤੁਸੀਂ ਸਨ 94 ਤੋਂ 95 ਤੱਕ ਦੇਖਣਾ ਹੈ ਤਾਂ ਕੱਲਾ ਆ ਦੇਖਣਾ ਹੈ, 94 ਵਾਲਾ ਨਹੀਂ ਦੇਖਣਾ, ਕਿਉਂਕਿ 94 ਵਾਲਾ ਜਿਹਦੇ ਤੇ ਮੈਂ ਕਾਟਾ ਮਾਰਿਆ ਉਹ 93 ਤੋਂ 94 ਚ ਦਾਖਲ ਹੋਣ ਲਈ ਦੇਖਣਾ ਸੀਗਾ। ਦੇਖੋ ਸਾਨੂੰ ਪਿਛਲੇ ਕੁਐਸਚਨ ਦੇ ਵਿੱਚ ਜਿੱਥੇ ਚਾਰਟ ਦਿੱਤਾ ਉੱਥੇ ਐਗਜ਼ਾਮੀਨਰ ਨੇ 1992 ਦੀ ਸਟਰੈਂਥ ਦਿੱਤੀ ਹੈ ਨਾ, ਤਾਂ 1993 ਦੀ ਸਟਰੈਂਥ ਲਈ ਆਹ ਵੈਲਿਊਜ਼ ਚੱਕੀਆਂ ਸੀ ਕਿ 1993 ਦੀ ਸਟਰੈਂਥ ਹੈ। ਤਾਂ ਇਹ ਸਟਰੈਂਥ ਕਿੱਥੇ ਕੰਮ ਆ ਰਹੀ ਹੈ, ਜਦੋਂ 92 ਤੋਂ 93 ਦੇਖਣਾ, ਪਿਛਲੇ ਸਾਲ ਤੋਂ 93 ਤੇ ਆਉਣਾ, 93 ਤੋਂ 94 ਤੇ ਆਉਣਾ ਤਾਂ ਆਹ ਦੇਖਦੇ, ਪਰ ਜੇ 94 ਤੋਂ 95 ਤੇ ਆਉਣਾ ਤਾਂ ਸਿਰਫ ਆਹ ਦੇਖਾਂਗੇ 100 ਦਾ ਵਾਧਾ ਹੋਇਆ। ਇਹੀ ਕੁਐਸਚਨ ਸੀ ਸਾਡਾ। ਕਿੰਨਾ ਇਨਕਰੀਜ਼ ਜਾਂ ਡਿਕਰੀਜ਼ ਹੈ? ਇਨਕਰੀਜ਼ ਹੈ ਕਿਉਂਕਿ ਜੁਆਇਨ ਵਾਲੇ ਨੀਲੀ ਲਾਈਨ ਜੁਆਇਨ ਹੈ, ਲਾਲ ਲਾਈਨ ਲੈਫਟ ਆ, ਜੁਆਇਨ ਵਾਲੇ ਜ਼ਿਆਦਾ ਨੇ, ਲੈਫਟ ਵਾਲੇ ਘੱਟ ਨੇ, ਤਾਂ 100 ਦਾ ਵਾਧਾ ਹੈ। ਅਗਲਾ ਕੁਐਸਚਨ ਬੱਚੇ, ਫॉर ਵਿਚ ਆਫ ਦਾ ਫੋਲੋਇੰਗ ਈਅਰਸ, ਕਿਹੜੇ ਸਾਲ ਦੇ ਲਈ ਦਾ ਪਰਸੈਂਟੇਜ ਰਾਈਜ਼ ਔਰ ਫਾਲ। ਐਗਜ਼ਾਮੀਨਰ ਨੇ ਰਾਈਜ਼ ਦੇ ਨਾਲ ਓਬਲੀਕ ਲਾ ਕੇ ਫਾਲ ਲਿਖਤਾ, ਮਤਲਬ ਵਾਧਾ ਹੋਇਆ ਹੋਵੇ ਚਾਹੇ ਘਾਟਾ ਹੋਇਆ ਹੋਵੇ। ਪਰਸੈਂਟੇਜ ਦੇ ਵਿੱਚ ਕੱਢਣ ਦਾ ਮਤਲਬ ਹਮੇਸ਼ਾ ਇਨੀਸ਼ੀਅਲ ਤੋਂ ਦੇਖਿਆ ਜਾਂਦਾ ਹੈ। परसेंटेज राइज चाहे फॉल है, और जिन्ना भी राइज परसेंटेज छड्डो गिणती च जिन्ना भी राइज जां फॉल है ओह इनीशियल तो देखांगे तो वह परसेंटेज बनती है। कादा दसने किहड़े साल दे विच दा परसेंटेज राइज और फॉल इन द नंबर ऑफ स्टूडेंट्स लैफ्ट दा दसना फ्रॉम द प्रीवियस ईयर इज द हाईएस्ट। ਤਾਂ ਜਿੰਨੇ ਬੱਚੇ ਛੱਡ ਕੇ ਜਾ ਰਹੇ ਨੇ, ਸਿਰਫ ਲਾਲ ਲਾਈਨ ਦੇਖਣੀ ਹੈ, ਜਿੰਨੇ ਬੱਚੇ ਛੱਡ ਕੇ ਜਾ ਰਹੇ ਨੇ ਪਿਛਲੇ ਸਾਲ ਦੇ ਮੁਕਾਬਲੇ ਕਦੋਂ ਹਾਈਐਸਟ ਹੈ। ਤਾਂ ਆਪਾਂ ਸਿਰਫ 4 ਆਪਸ਼ਨ ਦਿੱਤੇ ਆ ਤਾਂ 4 ਵੈਲਿਊਜ਼ ਦੇਖਾਂਗੇ। ਤਾਂ 1994 ਦੇਖਾਂਗੇ ਫਰੋਮ ਦਾ ਪ੍ਰੀਵੀਅਸ ਈਅਰ, 1995 ਦੇਖਾਂਗੇ ਫਰੋਮ ਦਾ ਪ੍ਰੀਵੀਅਸ ਈਅਰ, 1996 ਦੇਖਾਂਗੇ ਫਰੋਮ ਦਾ ਪ੍ਰੀਵੀਅਸ ਈਅਰ, 1997 ਦੇਖਾਂਗੇ ਫਰੋਮ ਦਾ ਪ੍ਰੀਵੀਅਸ ਈਅਰ। ਤਾਂ ਆਹ 4 ਵੈਲਿਊਜ਼ ਦੇਖਣੀਆਂ ਨੇ। ਤਾਂ ਬੱਚੇ ਮਾਰਕਰ ਦਾ ਰੰਗ ਬਦਲ ਕੇ 94 ਚ ਕਿੰਨਾ ਬੱਚਾ ਛੱਡ ਕੇ ਗਿਆ 350, ਤਾਂ ਪਿਛਲੇ ਸਾਲ ਦੇ ਮੁਕਾਬਲੇ ਕਿੰਨਾ ਜ਼ਿਆਦਾ 100 ਫਰੋਮ 250। हमेशा इनीशियल ਦੇ ਨਾਲ ਕੰਪੈਰੀਜ਼ਨ ਕਰਨਾ ਬੱਚੇ। ਤਾਂ ਇਹ ਆ ਗਿਆ 2/5, 2/5 ਕਿੰਨਾ ਹੁੰਦਾ 40%। 40%। ਅਗਲੇ ਸਾਲ 400 ਬੱਚਾ ਛੱਡ ਕੇ ਗਿਆ ਤਾਂ ਕਿੰਨਾ ਵੱਧ 50 ਜ਼ਿਆਦਾ ਫਰੋਮ 350, ਤਾਂ 50/350 ਕਿੰਨਾ ਹੁੰਦਾ ਬੱਚੇ 1/7। 1/7 ਤਾਂ ਤੁਹਾਡਾ ਸਿਰਫ ਹੀ 14 2/7% ਬਣਿਆ। ਤੀਜੇ ਸਾਲ 96 ਦੇ ਵਿੱਚ 300 ਬੱਚਾ ਛੱਡ ਕੇ ਗਿਆ ਫਰੋਮ 400, ਤਾਂ ਕਿੰਨਾ ਘਟ ਗਿਆ 100। ਬੱਚੇ ਫॉल ਵੀ ਲਿਖਿਆ ਨਾ ਉਹਨੇ, ਡਿਕਰੀਜ਼ ਵੀ ਲਿਖਿਆ, ਤਾਂ 100 ਫਰੋਮ 400 1/4 1/4 ਕਿੰਨਾ ਹੁੰਦਾ 25%।
ਅਗਲੇ ਸਾਲ 97 ਦੇ ਵਿੱਚ 500 ਬੱਚਾ ਛੱਡ ਕੇ ਗਿਆ ਫਰੋਮ 300, ਇਹ ਮੈਕਸਿਮਮ ਹੋਊਗਾ। 200 ਬੱਚਾ ਜ਼ਿਆਦਾ ਫਰੋਮ 300, ਤਾਂ 2/3 ਕਿੰਨਾ ਹੁੰਦਾ 66, 2/3%। ਤਾਂ ਕਿਹੜੇ ਸਾਲ ਦੇ ਵਿੱਚ ਮੈਕਸਿਮਮ ਹੈ 1996 ਦੇ ਵਿੱਚ ਫਰੋਮ ਦਾ ਪ੍ਰੀਵੀਅਸ ਈਅਰ, ਤਾਂ 97 ਦੇ ਵਿੱਚ 1997 ਦੇ ਵਿੱਚ ਫਰੋਮ ਦਾ ਪ੍ਰੀਵੀਅਸ ਈਅਰ ਆਨਸਰ ਆ ਗਿਆ। ਜੇ ਪੁੱਛਿਆ ਹੁੰਦਾ ਕਿੰਨੇ ਪਰਸੈਂਟ ਉਹ ਤਾਂ ਆਪਾਂ 66, 2/3% ਕੱਢ ਕੇ ਦੇਖ ਲਿਆ, ਅਦਰਵਾਈਜ਼ ਕਲੀਅਰ ਹੈ ਕਿ ਕਿੰਨਾ ਉਹ ਆਪਾਂ ਕੈਲਕੂਲੇਟ ਕਰਕੇ ਦੇਖ ਲਿਆ। ਬੱਚੇ ਪਰਸੈਂਟੇਜ ਦੇ ਵਿੱਚ ਰਾਈਜ਼ ਔਰ ਫਾਲ ਦਾ ਮਤਲਬ ਇਨਕਰੀਜ਼ ਔਰ ਡਿਕਰੀਜ਼ ਹੈ। ਜਿਹੜਾ ਪਰਸੈਂਟ ਇਨਕਰੀਜ਼ ਔਰ ਡਿਕਰੀਜ਼ ਜਿਹੜਾ ਦੇਖਿਆ ਜਾਂਦਾ ਹੈ ਉਹ ਬਿਨਾ ਪਰਸੈਂਟੇਜ ਤੋਂ ਇਨਕਰੀਜ਼ ਜਾਂ ਡਿਕਰੀਜ਼, ਜਿਹਨੂੰ ਇੱਥੇ ਰਾਈਜ਼ ਜਾਂ ਫਾਲ ਲਿਖਿਆ ਹੋਇਆ ਉਹ ਦੇਖੋ ਫਰੋਮ ਇਨੀਸ਼ੀਅਲ, ਤੇ ਕਿਉਂਕਿ ਪਰਸੈਂਟੇਜ ਕੱਢਣੀ ਹੈ ਤਾਂ ਮਲਟੀਪਲਾਈ 100 ਇਹ ਹੁੰਦਾ ਬੱਚੇ। ਤਾਂ ਐਗਜ਼ਾਮੀਨਰ ਕਹਿੰਦਾ ਕਿਹੜੇ ਸਾਲ ਦੇ ਵਿੱਚ ਸਟੂਡੈਂਟਸ ਜਿਹੜੇ ਲੈਫਟ ਛੱਡ ਕੇ ਗਏ ਨੇ ਉਹ ਦੱਸੋ ਫਰੋਮ ਦਾ ਪ੍ਰੀਵੀਅਸ ਈਅਰ ਕਿਹੜੇ ਸਾਲ 'ਚ ਪਰਸੈਂਟ ਰਾਈਜ਼ ਔਰ ਫਾਲ ਜਿਹੜਾ ਮੈਕਸਿਮਮ ਹੈ। ਤਾਂ ਜਿੰਨਾ ਵੀ ਰਾਈਜ਼ ਜਾਂ ਫਾਲ ਹੈ ਲੈਫਟ ਵਾਲੇ 'ਚ, ਲੈਫਟ ਮਤਲਬ ਲਾਲ ਲਾਈਨ ਦੇ ਵਿੱਚ ਜਿੰਨਾ ਵੀ ਰਾਈਜ਼ ਜਾਂ ਫਾਲ ਹੈ, ਚਾਹੇ ਰਾਈਜ਼ ਹੈ ਚਾਹੇ ਫਾਲ ਹੈ, ਫਰੋਮ ਦਾ ਇਨੀਸ਼ੀਅਲ ਪਰਸੈਂਟੇਜ ਕੱਢਣ ਲਈ ਮਲਟੀਪਲਾਈ 100। ਤਾਂ ਬੱਚੇ 250 ਤੋਂ 350 ਕੀ ਹੈ 100 ਜ਼ਿਆਦਾ ਫਰੋਮ 250, 350 ਤੋਂ 400 ਕੀ ਹੈ 50 ਜ਼ਿਆਦਾ ਫਰੋਮ 350, 400 ਤੋਂ 300 ਕੀ ਹੈ 100 ਘੱਟ ਫਰੋਮ 400, 300 ਤੋਂ 500 ਕੀ ਹੈ 200 ਜ਼ਿਆਦਾ ਫਰੋਮ 300। ਤਾਂ ਇਹਦੇ ਵਿੱਚ ਪਰਸੈਂਟੇਜ ਰਾਈਜ਼ ਔਰ ਫਾਲ ਹਾਈਐਸਟ ਹੈ, ਤਾਂ 1997 ਆਨਸਰ ਆ ਗਿਆ ਬੱਚੇ। ਕਲੀਅਰ ਹੈ ਸਾਰਿਆਂ ਨੂੰ। ਅਗਲਾ ਕੁਐਸਚਨ ਦੇਖੋ ਜੀ। ਅਗਲਾ ਕੁਐਸਚਨ ਹੈ ਹਾਊ ਮੈਨੀ ਸਟੂਡੈਂਟਸ ਵਰ ਦੇਅਰ ਇਨ ਦਾ ਸਕੂਲ ਡਿਊਰਿੰਗ ਦਾ ਈਅਰ 1996। ਉਹ ਕਹਿੰਦੇ 1996 ਦੇ ਵਿੱਚ ਸਕੂਲ 'ਚ ਕਿੰਨੇ ਬੱਚੇ ਆ। 1992 ਦੇ ਵਿੱਚ ਇਨੀਸ਼ੀਅਲੀ ਸਕੂਲ 'ਚ 1500 ਬੱਚੇ ਸੀ, ਪਹਿਲੇ ਸਾਲ 50 ਇਨਕਰੀਜ਼ ਕਰ ਗਏ, ਅਗਲੇ ਸਾਲ 100 ਡਿਕਰੀਜ਼ ਕਰ ਗਏ, ਤੀਜੇ ਸਾਲ 100 ਇਨਕਰੀਜ਼ ਕਰ ਗਏ, 96 ਦੇ ਵਿੱਚ ਦੇਖਣੇ ਅਗਲੇ ਸਾਲ 150 ਇਨਕਰੀਜ਼ ਕਰ ਗਏ, 100 ਡਿਕਰੀਜ਼ 100 ਇਨਕਰੀਜ਼ ਕੱਟਿਆ ਗਿਆ, 50 ਵਧੇ 150 ਵਧੇ ਮਤਲਬ 200 ਵੱਧ ਗਏ, 15 ਤੇ 2 1700 ਬੱਚੇ। ਆਪਾਂ ਕੁਦਰਤੀ ਜਿਹੜੀ ਸ਼ੁਰੂ ਦੇ ਵਿੱਚ ਵੈਲਿਊ ਕੱਢੀ ਸੀ ਉਹ ਵੀ 1996 ਦੇ ਬੱਚੇ ਹੀ ਕੱਢੇ ਸੀ। ਇੱਥੇ ਅਸਲ 'ਚ ਕੁਐਸਚਨ 'ਚ 1996 ਦੇ ਬੱਚੇ ਪੁੱਛੇ ਹੋਏ ਨੇ। ਤਾਂ 1992 'ਚ 1500 ਬੱਚਾ ਹੈਗਾ, ਫਿਰ 1 ਸਾਲ ਦਾ ਐਗਰੀਗੇਟ, 1 ਸਾਲ ਦਾ ਐਗਰੀਗੇਟ ਪਲੱਸ 50, ਅਗਲੇ ਸਾਲ ਦਾ ਐਗਰੀਗੇਟ -100, ਅਗਲੇ ਸਾਲ ਦਾ ਐਗਰੀਗੇਟ ਪਲੱਸ 100, ਇੱਕ ਨਿਊਟਰਲ ਹੋ ਜਾਣਗੇ -100 ਤੇ +100, ਅਗਲੇ ਸਾਲ ਦਾ ਐਗਰੀਗੇਟ ਪਲੱਸ 150। ਤਾਂ 96 ਤੱਕ ਕੱਢਣੇ ਸੀ ਤਾਂ ਮਾਈਨਸ ਤੇ ਪਲੱਸ 100 ਕੱਟੇ ਗਏ, 50 ਪਲੱਸ 150 ਪਲੱਸ ਯਾਨੀ ਕਿ ਓਵਰਆਲ 200 ਪਲੱਸ, ਤਾਂ 1500 ਤੋਂ 200 ਪਲੱਸ 1700 ਨੰਬਰ ਆਫ ਸਟੂਡੈਂਟਸ ਆ ਗਏ 1996 ਦੇ। ਤਾਂ ਬੱਚੇ ਆਪਾਂ ਅੱਜ ਦੀ ਕਲਾਸ ਦੇ ਵਿੱਚ, ਕਿਉਂਕਿ ਹੁਣ ਹਫਤਾ ਹੋ ਗਿਆ ਸਾਨੂੰ ਇਹ DI ਦੀ ਪ੍ਰੈਕਟਿਸ ਕਰਦੇ ਆ, ਤਾਂ ਅੱਜ ਦੀ ਕਲਾਸ ਮੈਂ ਸੋਚ ਕੇ ਆਇਆ ਸੀ ਕਿ ਸਲੋ ਨਹੀਂ ਪੜਾਉਣਾ, ਕਿਉਂਕਿ ਅੱਜ ਦੀ ਕਲਾਸ 'ਚ ਕੁਛ ਨਵਾਂ ਨਹੀਂ ਕਰ ਰਹੇ। ਚਾਹੇ ਆਪਾਂ ਕੇਸ ਸਟੱਡੀਜ਼ ਦਾ ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਜਿਹੜਾ ਸੀ ਉਹਦਾ ਕੁਐਸਚਨ ਚੱਕਿਆ, ਚਾਹੇ ਆਪਾਂ ਆਹ ਲਾਈਨ ਚਾਰਟ ਵਾਲਾ ਕੁਐਸਚਨ ਕਰ ਰਹੇ ਹਾਂ। ਪ੍ਰੈਕਟਿਸ ਹਰ ਇੱਕ ਚੀਜ਼ ਦੀ ਪਿਛਲੇ ਹਫਤੇ ਇੱਕ ਵਾਰ ਹੋ ਗਈ, ਹਰ ਇੱਕ ਇਮੇਜ ਨੂੰ ਆਪਾਂ ਡਿਟੇਲ 'ਚ ਡਿਸਕਸ ਕਰ ਲਿਆ, ਉਹਦੀਆਂ ਐਗਜ਼ਾਮਪਲਸ ਸ਼ੁਰੂ ਕਰ ਲੀਆਂ ਕਰਨੀਆਂ। ਤਾਂ ਆਹ ਹਫਤੇ ਆਪਾਂ ਪ੍ਰੈਕਟਿਸ ਕਰ ਰਹੇ ਹਾਂ, ਤਾਂ ਇਸ ਕਰਕੇ ਮੈਂ ਥੋੜੀ ਜਿਹੀ ਸਪੀਡ ਵਧਾਉਣੀ ਸ਼ੁਰੂ ਕੀਤੀ ਆ। ਤੇ ਵੈਸੇ ਵੀ ਮੈਂ ਦੱਸਿਆ ਸੀ ਕਿ ਆਹ ਹਫਤੇ ਤਾਂ ਆਪਣਾ ਪ੍ਰੈਕਟਿਸ ਕਰਨ ਦਾ, ਰੋਜ਼ ਸਵੇਰੇ 10 ਵਜੇ DI ਦੇ ਨਾਲ ਮੱਥਾ ਮਾਰਨ ਦਾ ਮੇਨ ਮਕਸਦ ਹੀ ਇਹ ਹੈ ਕਿ ਤੜਕੇ ਕੈਲਕੂਲੇਸ਼ਨ ਨਾਲ ਦੋ ਹੱਥ ਕਰਕੇ ਦਿਮਾਗ ਦੇ ਜਾਲੇ 'ਚ ਝੜ ਜਾਣ, ਤੇ ਸਾਰਾ ਦਿਨ ਆਪਾਂ ਕੈਲਕੂਲੇਸ਼ਨ ਵਾਈਜ਼, ਰੀਡਿੰਗ ਵਾਈਜ਼ ਜਾਂ ਕੁਝ ਵੀ ਲਰਨ ਕਰਨ ਵਾਈਜ਼ ਚੀਜ਼ਾਂ ਈਜ਼ੀਲੀ ਗ੍ਰਾਸਪ ਕਰ ਸਕੀਏ। ਤਾਂ ਉਹਨੂੰ ਧਿਆਨ 'ਚ ਰੱਖ ਕੇ ਅੱਜ ਦੀ ਕਲਾਸ ਖਿੱਚ ਰਹੇ ਹਾਂਗੇ। ਹੁਣ ਕੱਲਾ ਇੱਕ ਪਾਈ ਚਾਰਟ ਦੇ ਵਿੱਚ ਡਬਲ ਪਾਈ ਚਾਰਟ ਰਹਿ ਗਿਆ ਜਿਹੜਾ ਤੁਹਾਨੂੰ ਕਰਾਉਣਾ, ਬਾਕੀ ਅਦਰਵਾਈਜ਼ ਸਾਰਾ ਕੁਝ ਇੱਕ ਵਾਰ ਕਰ ਲਿਆ। ਹੁਣ ਮੈਂ ਪ੍ਰੈਕਟਿਸ ਕਰਾਉਣੀ ਹੈ, ਵਧੀਆ ਕੁਐਸਚਨਸ ਲੈ ਕੇ ਆਉਣੇ ਆ, ਇੰਟਰਸਟਿੰਗ ਤਾਂ ਹੋਣ, ਉਹ ਥੋੜੇ ਜਿਹਾ ਟਿਪੀਕਲ ਵੀ ਹੋਣ, ਈਜ਼ੀ ਕੁਐਸਚਨਸ ਵੀ ਵਿੱਚ ਮੈਂ ਤੁਹਾਨੂੰ ਹੋਮਵਰਕ ਦੇ ਦਿੰਨਾ ਕਿ ਪੇਪਰ 'ਚ ਆਮ ਤੌਰ ਤੇ ਜੇ ਈਜ਼ੀ ਕੁਐਸਚਨ ਪੁੱਛਿਆ ਜਾਂਦਾ ਕਰਨ ਜੋਗੇ ਹੋਈਏ, ਹੌਸਲਾ ਹੋ ਜਾਵੇ ਹਾਂ ਆਨਸਰਸ ਆ ਰਹੇ ਨੇ। ਪਰ ਜੇ ਕਿਤੇ ਪੇਪਰ 'ਚ ਕੋਈ ਟਿਪੀਕਲ ਕੁਐਸਚਨ ਆ ਗਿਆ, ਪੇਪਰ 'ਚ ਕੋਈ ਕੰਪਲੀਕੇਟਡ ਮਤਲਬ ਜ਼ਿਆਦਾ ਕੈਲਕੂਲੇਸ਼ਨ ਵਾਲਾ ਕੁਐਸਚਨ ਆ ਗਿਆ, ਤਾਂ ਮੈਂ ਉਹਦੀ ਵੀ ਪਿਛਲੇ ਹਫਤੇ ਪ੍ਰੈਕਟਿਸ ਕਰਾਈ ਹੈ, ਇਸ ਹਫਤੇ ਵੀ ਕਰਵਾਉਂਗਾ। ਤਾਂ ਮੈਂ ਕਲਾਸ 'ਚ ਵੀ ਕੁਐਸਚਨਸ ਕਰਵਾਉਂਦਾ ਜਾਊਂਗਾ, ਘਰੇ ਕਰਨ ਨੂੰ ਹੋਮਵਰਕ ਵੀ ਅਗਲੇ ਦਿਨਾਂ 'ਚ ਦਿੰਦਾ ਜਾਊਂਗਾ। ਤਾਂ ਅਗਲਾ ਕੁਐਸਚਨ ਦੇਖੋ ਬੱਚੇ, ਅਗਲਾ ਕੁਐਸਚਨ ਕੀ ਹੈ, ਡਿਊਰਿੰਗ ਵਿਚ ਆਫ ਦਾ ਫੋਲੋਇੰਗ ਪੇਅਰਸ ਆਫ ਈਅਰਸ। ਉਹ ਕਹਿੰਦੇ ਕਿਹੜੇ ਪੇਅਰਸ ਆਫ ਈਅਰਸ ਦੇ ਵਿੱਚ ਕੀ ਹੈ ਦਾ ਸਟਰੈਂਥ ਆਫ ਦਾ ਸਕੂਲ ਇਜ਼ ਇਕੁਅਲ। ਤਾਂ ਕਿਹੜੇ 2 ਸਾਲਾਂ ਦੇ ਵਿੱਚ, ਹਰ ਆਪਸ਼ਨ 'ਚ 2 ਸਾਲ ਦਿੱਤੇ ਆ, ਉਹ ਕਹਿੰਦਾ ਕਿਹੜੇ ਪੇਅਰ ਦੇ ਵਿੱਚ 2 ਈਅਰਸ ਦਾ ਕਿਹੜਾ ਪੇਅਰ ਜਿਹਦੇ ਵਿੱਚ ਸਕੂਲ ਦੀ ਸਟਰੈਂਥ ਬਰਾਬਰ ਹੈ। ਤਾਂ 94 95 95 97 96 98 93 95 ਇਹ ਆਪਣਾ ਕੁਐਸਚਨ ਹੈ। ਤਾਂ ਬੱਚੇ ਤੁਸੀਂ ਐਂ ਦੇਖੋ, ਆਪਾਂ 1993 ਦਾ ਐਗਰੀਗੇਟ ਕੀ ਕੱਢਿਆ ਸੀ +50, 1994 ਦਾ ਐਗਰੀਗੇਟ ਕੀ ਕੱਢਿਆ ਸੀ -100, 1995 ਦਾ ਐਗਰੀਗੇਟ ਕੀ ਕੱਢਿਆ ਸੀ +100, 1996 ਦਾ ਜੋ ਮਰਜ਼ੀ ਕੱਢਿਆ ਹੋਵੇ, 97 ਦਾ ਜੋ ਮਰਜ਼ੀ ਕੱਢਿਆ ਹੋਵੇ, 98 ਦਾ ਜੋ ਮਰਜ਼ੀ ਕੱਢਿਆ ਹੋਵੇ। 1993 'ਚ ਕਿੰਨਾ ਬੱਚਾ ਹੋ ਗਿਆ, ਜੇ ਇਨੀਸ਼ੀਅਲੀ 1500 ਹੈ
ਤਾਂ 50 ਜੋੜ ਦਾਂਗੇ 1993 ਦੇ ਬੱਚੇ ਆ ਜਾਣਗੇ 1550। ਫਿਰ ਉਸ ਤੋਂ ਬਾਅਦ 94 ਚ 100 ਵੱਧ ਗਏ, 95 ਚ ਫਿਰ 100 ਘਟ ਗਏ, ਤਾਂ ਇੱਕ ਵਾਰ 100 ਵੱਧ ਗਏ ਫਿਰ 100 ਘਟ ਗਏ, ਤਾਂ ਬੱਚੇ ਵਾਪਸ ਉੱਥੇ ਹੀ ਨਹੀਂ ਆ ਗਏ 96 ਚ ਪਹੁੰਚਦੇ ਹੋਏ। ਤਾਂ 96 ਚ ਪਹੁੰਚਦੇ ਹੋਏ 93 ਤੋਂ 96 ਕੀ ਹੋਇਆ, ਸੌਰੀ 96 ਨਹੀਂ 93 ਤੋਂ 95, 93 ਤੋਂ 95 ਕੀ ਹੋਇਆ, 100 ਵਧੇ ਤੇ 100 ਘਟ ਗਏ, ਤਾਂ ਵਾਪਸ ਉੱਥੇ ਹੀ ਆ ਗਏ। ਇਹਦਾ ਮਤਲਬ 93 ਤੇ 95 ਦੇ ਬੱਚੇ ਬਰਾਬਰ ਨੇ, ਤਾਂ 1993 ਐਂਡ 95 ਡੀ ਆਪਸ਼ਨ ਦੇਖੋ ਜੀ ਆਨਸਰ ਹੈ ਸਾਡਾ। ਤਾਂ ਇਹ ਬੱਚੇ ਸਮਝ ਆ ਗਈ ਸੀ ਚੀਜ਼, ਜਿਹੜਾ ਆਪਾਂ -100 ਤੇ +100 ਨੂੰ ਖਤਮ ਕਰਦੇ ਜਾਂਦੇ ਸੀ ਕਿ ਆਪਸ 'ਚ ਕੈਂਸਲ ਹੋ ਗਏ ਕਿ 100 ਵਧੇ ਤੇ 100 ਘਟੇ ਇੱਕੋ ਹੀ ਗੱਲ ਹੈ। ਤਾਂ ਉਹੀ ਚੀਜ਼ ਕੁਐਸਚਨ 'ਚ ਪੁੱਛੀ ਗਈ ਹੈ ਕਿ ਕਿਹੜੇ 2 ਸਾਲਾਂ ਦੇ ਵਿੱਚ ਸਕੂਲ 'ਚ ਗਿਣਤੀ ਬਰਾਬਰ ਹੈ, ਨੰਬਰ ਆਫ ਸਟੂਡੈਂਟਸ ਹੈ, ਜਿਹੜੇ ਸਟਰੈਂਥ ਹੈ ਸਟੂਡੈਂਟਸ ਦੀ ਉਹ ਸਕੂਲ 'ਚ ਬਰਾਬਰ ਹੈ, ਕਿਹੜੇ 2 ਸਾਲਾਂ 'ਚ। ਤਾਂ ਆਪਾਂ ਨੂੰ ਯਾਦ ਸੀ ਕਿ 100 ਮਾਈਨਸ ਤੇ 100 ਪਲੱਸ ਨੂੰ ਆਪਾਂ ਨਿਊਟਰਲ ਕਰਦੇ ਆ ਰਹੇ ਹਾਂ ਪਿਛਲੇ ਕੁਝ 1-2 ਕੁਐਸਚਨਾਂ ਦੇ ਵਿੱਚ। ਤਾਂ ਨਿਊਟਰਲ ਕਰਨ ਦਾ ਮਤਲਬ ਹੀ ਇਹ ਹੈ ਕਿ ਇੱਕ ਸਾਲ 'ਚ ਜੇ 100 ਵਧੇ ਤਾਂ ਅਗਲੇ ਸਾਲ 100 ਘਟ ਕੇ ਵਾਪਸ ਉੱਥੇ ਹੀ ਆ ਗਏ, ਤਾਂ ਇਹਦਾ ਮਤਲਬ 1993 ਤੋਂ 95 ਤੱਕ ਬਰਾਬਰ ਹੈ। ਇੱਕ ਵਾਰ 100 ਵਧੇ ਤਾਂ ਅਗਲੇ ਸਾਲ 100 ਘਟ ਗਏ, 93-95 ਦੀ ਗਿਣਤੀ ਬਰਾਬਰ ਹੈ। ਉਹੀ ਕੁਐਸਚਨ ਪੁੱਛਿਆ ਗਿਆ, ਚੌਥਾ ਆਪਸ਼ਨ 1993 ਐਂਡ 1995। ਤਾਂ ਜਿੰਨੇ ਬੱਚਿਆਂ ਨੂੰ ਸਮਝ ਆ ਰਿਹਾ ਪਲੀਜ਼ ਕਮੈਂਟ ਸੈਕਸ਼ਨ 'ਚ ਲਗਾਤਾਰ ਕਮੈਂਟ ਸੈਕਸ਼ਨ ਮਤਲਬ ਕਮੈਂਟ ਕਰਦੇ ਜਾਇਆ ਕਰੋ ਆਪਣੇ ਆਨਸਰਸ। ਜਿਹੜੇ ਬੱਚੇ ਮਗਰੋਂ ਵੀਡੀਓ ਦੇਖ ਰਹੇ ਨੇ ਉਹ ਵੀ ਪਲੀਜ਼ ਕਮੈਂਟ ਕਰਦੇ ਜਾਇਆ ਕਰੋ ਕਿ ਹਾਂ ਚੀਜ਼ਾਂ ਸਮਝ ਆ ਗਈਆਂ। ਤੇ ਖਾਸ ਕਰਕੇ ਜਿਹੜਾ ਮੈਂ ਇਹ ਕੁਐਸਚਨ ਕੰਪਲੀਟ ਕਰਕੇ ਹੋਮਵਰਕ ਵਾਲਾ ਕੁਐਸਚਨ ਦਊਂਗਾ ਉਹਦੇ ਮੈਂ ਸਕਰੀਨਸ਼ਾਟਸ ਵੀ ਦਵਾ ਦੂੰਗਾ, ਮਤਲਬ ਤੁਹਾਨੂੰ ਟਾਈਮ ਦੇ ਦੂੰਗਾ 3-3 4-4 ਸਕਿੰਟ ਦਾ ਕਿ ਤੁਸੀਂ ਸਕਰੀਨਸ਼ਾਟ ਲੈ ਲਓ ਹਰ ਇੱਕ ਸਲਾਈਡ ਦਾ, ਥੋੜਾ ਜਿਹਾ ਬਰੀਫ ਵੀ ਕਰ ਦੂੰਗਾ। ਤੇ ਇਹਦੇ ਨਾਲ ਹੀ ਇਹ ਸਾਰੀ ਜਿਹੜੀ ਪੀਪੀਟੀ ਹੈ ਇਹਦੀ PDF ਫਾਈਲ ਸਕਸੈਸ ਟਰੀ ਪੰਜਾਬ ਦੇ ਟੈਲੀਗ੍ਰਾਮ ਚੈਨਲ ਤੇ ਵੀ ਤੁਸੀਂ ਕਲਾਸ ਤੋਂ ਬਾਅਦ ਦੇਖ ਲਓਗੇ। ਆਪਣੀ 11 ਵਜੇ ਦੇ ਨੇੜੇ ਜੇ ਕਲਾਸ ਮੁੱਕਦੀ ਹੈ ਤਾਂ 11:30 ਤੱਕ ਇਹਦੀ PDF ਵੀ ਸਕਸੈਸ ਟਰੀ ਪੰਜਾਬ ਦੇ ਟੈਲੀਗ੍ਰਾਮ ਚੈਨਲ ਤੇ ਤੁਸੀਂ ਲੈ ਸਕਦੇ ਹੋ। ਉਹ PDF ਫਾਈਲ ਸੇਵ ਹੋ ਸਕਦੀ ਹੈ, ਸੇਵ ਕਰਕੇ ਰੱਖ ਸਕਦੇ ਹੋ ਆਪਦੇ ਕੋਲ। ਤੇ ਉਹਦੇ ਆਨਸਰਸ ਜਦੋਂ ਵੀ ਤੁਸੀਂ ਦੇਖ ਰਹੇ ਹੋਗੇ ਕੁਐਸਚਨ ਨੂੰ, ਉਹਦੇ ਆਨਸਰਸ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਦਿਆ ਕਰੋ। ਤਾਂ ਹੁਣ ਵੀ ਕਮੈਂਟ ਕਰਦੇ ਜਾਓ, ਸੈਸ਼ਨ ਨੂੰ ਲਾਈਕ ਸ਼ੇਅਰ ਕਰਦੇ ਜਾਓ। ਅਗਲਾ ਕੁਐਸਚਨ ਦੇਖਦੇ ਹਾਂ ਬੱਚੇ। ਅਗਲਾ ਕੁਐਸਚਨ ਕੀ ਆ, the number of students in 1996 is approximately what percent of the number of students in 1994। ਤਾਂ ਐਗਜ਼ਾਮੀਨਰ ਕਹਿੰਦਾ x is what percent of y, approximately x is what percent of y। ਤਾਂ ਬੱਚੇ x is what percent of y ਕੀ ਹੁੰਦਾ, ਆਪਾਂ ਪਰਸੈਂਟੇਜ 'ਚ ਪੜਿਆ x over y, ਪਰਸੈਂਟੇਜ ਕੱਢਣ ਲਈ ਮਲਟੀਪਲਾਈ 100 ਇੰਨੇ % ਹੁੰਦਾ। ਤਾਂ ਇੱਥੇ ਕੀ ਹੈ 1996 ਦੀ ਗਿਣਤੀ is what percent of 94 ਦੀ ਗਿਣਤੀ। ਤਾਂ ਬੱਚੇ ਇਨੀਸ਼ੀਅਲੀ 1500 ਬੱਚੇ, ਪਹਿਲੇ ਸਾਲ 50 ਵੱਧ ਗਏ ਤਾਂ 1550, ਅਗਲੇ ਸਾਲ 100 ਘਟ ਗਏ ਤਾਂ 1450। ਤਾਂ 1994 ਚ ਕੀ ਹੈ ਬੱਚੇ 1450। 1996 ਚ ਕੀ ਹੈ ਫਿਰ 100 ਵੱਧ ਗਏ 1550, ਫਿਰ 150 ਵੱਧ ਗਏ 1700। ਤਾਂ 1996 ਚ ਕੀ ਹੈ 1700। ਤਾਂ ਆਪਣਾ ਕੁਐਸਚਨ ਕੀ ਹੈ ਬੱਚੇ 1700 ਬਟੇ 1450 ਪਰਸੈਂਟੇਜ ਕੱਢਣ ਲਈ ਮਲਟੀਪਲਾਈ 100। ਕੈਲਕੂਲੇਸ਼ਨ ਕਿਵੇਂ ਕਰਾਂਗੇ ਧਿਆਨ ਨਾਲ ਦੇਖੋ, 0 ਨਾਲ 0 ਕੈਂਸਲ, 5 ਦੇ ਟੇਬਲ 'ਚ ਉੱਪਰ 34 ਥੱਲੇ 29, 5 ਦੇ ਟੇਬਲ 'ਚ ਉੱਪਰ 34 ਥੱਲੇ 29। ਤੇ ਆਪਸ਼ਨਸ ਦੇਖੋ ਜਮਾ ਨੇੜੇ ਨੇੜੇ ਨਹੀਂ ਹੈਗੇ, ਆਪਸ਼ਨਸ ਨੇੜੇ ਨੇੜੇ ਨਹੀਂ ਹੈਗੇ। ਪਹਿਲੀ ਗੱਲ ਧਿਆਨ 'ਚ ਰੱਖਣ ਵਾਲੀ ਬੱਚੇ, ਨਿਊਮੀਰੇਟਰ ਤੁਹਾਡਾ ਵੱਡਾ ਹੈ, ਡਿਨੋਮੀਨੇਟਰ ਤੁਹਾਡਾ ਛੋਟਾ ਹੈ। ਨਿਊਮੀਰੇਟਰ ਵੱਡਾ ਹੋਣ ਦਾ ਮਤਲਬ ਆਨਸਰ ਸਾਡਾ 100% ਤੋਂ ਜ਼ਿਆਦਾ ਆਊਗਾ। ਤਾਂ ਜੇ ਆਨਸਰ ਸਾਡਾ 100% ਤੋਂ ਜ਼ਿਆਦਾ ਆਊਗਾ, 2 ਆਪਸ਼ਨਸ ਤਾਂ ਕੱਟੇ ਗਏ। ਕਿੰਨਾ ਕੁ ਜ਼ਿਆਦਾ ਆਊਗਾ 34 29 ਹੈ, ਇੱਕ ਜੋੜ ਕੇ 35 ਤੇ 30 ਬਣਾ ਦਿਓ। 35 ਤੇ 30 ਕੀ ਬਣ ਗਿਆ 7/6 ਬਣ ਗਿਆ। 7/6 ਅਪਰੋਕਸੀਮੇਟਲੀ 116% ਸਮਥਿੰਗ ਹੁੰਦਾ, 116 2/3 ਹੁੰਦਾ। 7/6 ਅਪਰੋਕਸੀਮੇਟਲੀ 116 2/3% ਹੁੰਦਾ। ਤਾਂ ਇਹ ਉਹਦੇ ਨੇੜੇ ਜਾਊਗਾ ਤਾਂ 103 ਵੀ ਗਲਤ ਹੈ ਬੱਚੇ, B ਆਪਸ਼ਨ ਆ ਗਿਆ 117%। ਤਾਂ ਕਲੀਅਰ ਹੈ ਜੀ ਸਾਰਿਆਂ ਨੂੰ, ਇੰਨੀ ਗੱਲ ਸਮਝ ਆ ਗਈ। ਇਸ ਤੋਂ ਬਾਅਦ ਬੱਚੇ ਆ ਪਰਸੈਂਟੇਜ ਕਿਵੇਂ ਕੱਢਣੀ, ਕੋਈ ਬਹੁਤਾ ਔਖਾ ਨਹੀਂ ਸੀ ਹੈਗਾ। ਇੱਕ ਵੱਡਾ ਹਿੰਟ ਤਾਂ ਇਹੀ ਮਿਲ ਗਿਆ ਕਿ ਨਿਊਮੀਰੇਟਰ ਵੱਡਾ ਹੈ, ਡਿਨੋਮੀਨੇਟਰ ਛੋਟਾ ਹੈ। ਤਾਂ ਨਿਊਮੀਰੇਟਰ ਵੱਡਾ ਹੋਣ ਦਾ ਮਤਲਬ ਸਾਡਾ ਆਨਸਰ 100% ਤੋਂ ਜ਼ਿਆਦਾ ਆਊਗਾ। ਤਾਂ 4 'ਚੋਂ 2 ਤਾਂ ਝੜ ਗਏ, ਜਿਹੜੇ 2 ਰਹਿ ਗਏ ਉਹਨਾਂ 'ਚ ਇੱਕ ਤਾਂ 100% ਦੇ ਜਮਾਂ ਨੇੜੇ ਹੈ। ਆਹ 29 ਤੋਂ 34 ਜ਼ਿਆਦਾ ਹੈ, 29 ਜਾਂ 30 ਮੰਨ ਲਓ, ਥੋੜਾ ਜਿਹਾ ਵਧਾ ਕੇ 30 ਮੰਨ ਲਓ, ਤਾਂ ਉਹਨੂੰ ਵੀ 35 ਮੰਨ ਲਓ। ਤਾਂ 35/30 ਹੁੰਦਾ 7/6, 7/6 ਹੁੰਦਾ 116 2/3 ਅਪਰੋਕਸੀਮੇਟਲੀ 116। ਤਾਂ 116 ਦੇ ਨੇੜੇ ਇੱਕੋ ਹੀ ਆਪਸ਼ਨ 117%। ਤਾਂ ਬੱਚੇ ਇਹ ਆਪਣਾ ਇਸ ਕੁਐਸਚਨ ਦਾ ਆਨਸਰ ਸੀਗਾ। ਅਗਲਾ ਕੁਐਸਚਨ ਦੇਖੋ ਜੀ, ਅੱਜ ਦੀ ਕਲਾਸ ਦੇ ਬੱਚੇ ਇੱਥੇ ਹੀ ਕੁਐਸਚਨਸ ਮੁੱਕ ਗਏ। ਆਪਾਂ ਕੇਸ ਸਟੱਡੀਜ਼ ਦੇ ਵਿੱਚੋਂ ਜਿਹੜਾ ਕੋਆਪਰੇਟਿਵ ਇੰਸਪੈਕਟਰ 2018 ਦਾ ਪੇਪਰ ਸੀ ਉਹਦਾ
ਵੈਨ ਡਾਇਗਰਾਮ ਵਾਲਾ ਕੁਐਸਚਨ ਕੀਤਾ, ਜਿਹੜਾ ਆਪਾਂ ਪਿਛਲੀ ਵੀਰਵਾਰ ਦੀ ਜਿਹੜੀ ਸ਼ੁੱਕਰਵਾਰ ਦੀ ਕਲਾਸ ਸੀ ਉਹਦੇ ਵਿੱਚ ਵੈਨ ਡਾਇਗਰਾਮਸ ਨੂੰ ਚੰਗੀ ਤਰ੍ਹਾਂ ਡਿਸਕਸ ਕੀਤਾ। ਬਿਨਾਂ ਵੈਨ ਡਾਇਗਰਾਮ ਵਾਲੇ ਕੁਐਸਚਨਸ ਵੀ ਕੀਤੇ, ਵੈਨ ਡਾਇਗਰਾਮ ਵਾਲੇ ਕੁਐਸਚਨਸ ਦੀ ਵੀ ਪ੍ਰੈਕਟਿਸ ਕੀਤੀ, ਹੋਮਵਰਕ ਵੀ ਦਿੱਤਾ, ਉਹਦੇ ਤੁਹਾਡੇ ਆਨਸਰਸ ਵੀ ਪੜ੍ਹੇ, ਸਹੀ ਸੀਗੇ ਆਲਮੋਸਟ। ਉਸ ਤੋਂ ਬਿਨਾਂ ਅੱਜ ਦੀ ਕਲਾਸ 'ਚ ਫਿਰ ਆਪਾਂ ਵੈਨ ਡਾਇਗਰਾਮ ਦਾ ਪੁਰਾਣੇ ਪੇਪਰ ਦਾ ਕੁਐਸਚਨ ਕੀਤਾ, ਅਗਲੇ ਦਿਨਾਂ ਦੇ ਵਿੱਚ ਮੈਂ ਲੈਂਦਾ ਆਊਂਗਾ। ਨਾਲ ਹੀ ਆਪਾਂ ਫਿਰ ਲਾਈਨ ਚਾਰਟ ਦਾ ਇੱਕ ਕੁਐਸਚਨ ਕੀਤਾ। ਲਾਈਨ ਚਾਰਟ ਦਾ ਕੁਐਸਚਨ ਵੀ ਆਪਾਂ ਕਰ ਲਿਆ। ਆਪਾਂ ਬੇਸਿਕਲੀ ਲਾਈਨ ਚਾਰਟ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਦਿੱਤੀ ਉਹ ਇਨਫੋਰਮੇਸ਼ਨ ਚੰਗੀ ਤਰ੍ਹਾਂ ਸਮਝੀ, ਐਗਜ਼ਾਮੀਨਰ ਕੀ ਕਹਿ ਰਿਹਾ ਹੈ, ਫਿਰ ਉਹਦੇ ਵਿੱਚ ਜਿਹੜੇ 5 ਕੁਐਸਚਨ ਬਣਦੇ ਨੇ ਉਹ 5 ਕੁਐਸਚਨ ਚੰਗੀ ਤਰ੍ਹਾਂ ਦੇਖੇ। ਹੁਣ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਉਹ ਤੁਹਾਡਾ ਹੋਮਵਰਕ ਕੁਐਸਚਨ ਹੈ, ਤਾਂ ਹੋਮਵਰਕ ਕੁਐਸਚਨ ਮੈਂ ਮਾੜਾ ਜਿਹਾ ਬਰੀਫ ਸਮਝਾ ਦੂੰਗਾ, ਸਿਰਫ ਥੋੜਾ ਜਿਹਾ 1-1.5 ਮਿੰਟ ਲਾ ਕੇ ਬਰੀਫ ਸਮਝਾ ਦੂੰਗਾ। ਉਹਦਾ ਤੁਸੀਂ ਸਕਰੀਨਸ਼ਾਟ ਲੈ ਲਓਗੇ, ਮਤਲਬ ਮੈਂ ਜਦੋਂ ਸਮਝਾ ਕੇ ਚੁੱਪ ਕਰੂੰਗਾ ਸਾਈਡ ਤੇ ਖੜ ਜਾਊਂਗਾ ਉਦੋਂ ਸਕਰੀਨਸ਼ਾਟ ਲਿਓ, ਮੇਰੇ ਸਾਹਮਣੇ ਖੜੇ ਨਾ ਸਕਰੀਨਸ਼ਾਟ ਲੈ ਲਿਓ, ਕੁਝ ਨਹੀਂ ਦਿਖਣਾ। ਤਾਂ ਮੈਂ ਸਾਈਡ ਤੇ ਜਦੋਂ ਹੋ ਗਿਆ ਉਦੋਂ ਸਕਰੀਨਸ਼ਾਟ ਲੈ ਲਿਓ, ਫਿਰ ਅਗਲੇ 5 ਕੁਐਸਚਨ ਮੈਂ ਸਕਰੀਨਸ਼ਾਟ ਲੈਣ ਦਾ ਸਮਾਂ ਦੇ ਦੂੰਗਾ। 5 ਦੇ 5 ਕੁਐਸਚਨ ਚਾਹੇ ਤਾਂ ਚੱਲਦੀ ਕਲਾਸ 'ਚ ਤੁਸੀਂ ਹੁਣ ਲਾਈਵ ਕਮੈਂਟ ਸੈਕਸ਼ਨ 'ਚ ਕਮੈਂਟ ਕਰ ਦਿਓ, ਅਦਰਵਾਈਜ਼ ਵੀਡੀਓ ਦੇ ਕਮੈਂਟ 'ਚ ਤੁਸੀਂ ਲਿਖ ਹੀ ਸਕਦੇ ਹੋ ਆਪਣੇ ਆਨਸਰਸ। ਤਾਂ ਬੱਚੇ ਆਪਣਾ ਕੁਐਸਚਨ ਕੀ ਹੈ, ਦਾ ਬਾਰ ਗ੍ਰਾਫ ਗਿਵਨ ਬਿਲੋ ਸ਼ੋਜ਼ ਦਾ ਸੇਲਸ ਆਫ ਬੁੱਕਸ। ਤਾਂ ਬਾਰ ਗ੍ਰਾਫ ਜਿਹੜਾ ਹੇਠਾਂ ਦਿੱਤਾ ਹੋਇਆ ਕੀ ਦੱਸ ਰਿਹਾ, ਕਿਤਾਬਾਂ ਦੀ ਸੇਲ ਜਿਹੜੀ ਕਿ ਥਾਊਜ਼ੈਂਡਸ ਦੇ ਵਿੱਚ ਹੈ। ਫਰੋਮ 6 ਬ੍ਰਾਂਚਿਸ ਆਫ ਏ ਪਬਲਿਸ਼ਿੰਗ ਕੰਪਨੀ ਡਿਊਰਿੰਗ 2 ਕੰਸੈਕਟਿਵ ਈਅਰਸ 2000 ਤੇ 2001। ਤਾਂ ਬੱਚੇ ਕਿਸੇ ਪਬਲਿਸ਼ਿੰਗ ਕੰਪਨੀ ਦੀਆਂ 6 ਬ੍ਰਾਂਚਾਂ ਨੇ, ਉਹ 6 ਬ੍ਰਾਂਚਾਂ ਦੇ ਵਿੱਚ ਸਨ 2000 ਤੇ 2001 ਦੇ ਵਿੱਚ ਕਿੰਨੀਆਂ ਕਿਤਾਬਾਂ ਵਿਕੀਆਂ ਉਹ ਸਾਨੂੰ ਬਾਰ ਗ੍ਰਾਫ 'ਚ ਦਿੱਤੀਆਂ ਨੇ, ਤੇ ਜਿਹੜੀਆਂ ਵੈਲਿਊਜ਼ ਨੇ ਉਹ ਥਾਊਜ਼ੈਂਡਸ ਦੇ ਵਿੱਚ ਨੇ। ਤਾਂ ਬੱਚੇ ਕਿਹੜੀਆਂ 6 ਬ੍ਰਾਂਚਾਂ ਨੇ, ਬ੍ਰਾਂਚ 1, ਬ੍ਰਾਂਚ 2, ਬ੍ਰਾਂਚ 3, 4, 5 ਤੇ 6, B1, B2, B3, B4, B5, B6। ਇਹ 6 ਬ੍ਰਾਂਚਾਂ ਸਨ 2000 ਦੇ ਵਿੱਚ, ਹਰੀ ਬਾਰ 2000 ਹੈ, ਨੀਲੀ ਬਾਰ 2001 ਹੈ। ਤਾਂ ਸਨ 2000 ਤੇ 2001 ਦੇ ਵਿੱਚ ਕਿੰਨੇ ਹਜ਼ਾਰ ਕਿਤਾਬਾਂ ਵੇਚ ਰਹੀਆਂ ਨੇ ਇਹ 6 ਦੀਆਂ 6 ਬ੍ਰਾਂਚਾਂ, ਉਹ ਸਾਨੂੰ ਇਨਫੋਰਮੇਸ਼ਨ ਦਿੱਤੀ ਹੋਈ ਹੈ ਸਿੱਧੀ ਨੰਬਰ ਦੇ ਵਿੱਚ। ਤਾਂ ਪਹਿਲੀ ਬ੍ਰਾਂਚ B1 ਹੈ, ਜਿਹੜੀ B1 ਬ੍ਰਾਂਚ ਸਨ 2000 ਚ ਤਾਂ 80 ਮਤਲਬ 80,000 ਕਿਤਾਬਾਂ ਵੇਚ ਰਹੀ ਹੈ, ਤੇ 2001 ਦੇ ਵਿੱਚ 105 ਯਾਨੀ ਕਿ 105,000 1,05,000 ਕਿਤਾਬਾਂ ਵੇਚ ਰਹੀ ਹੈ। ਇਸੇ ਤਰ੍ਹਾਂ B2, B3, B4, B5, B6 ਦੀ ਵੈਲਿਊ ਦਿੱਤੀ ਹੋਈ ਹੈ। ਤਾਂ ਹੁਣ ਇਹਦੇ ਵਿੱਚ ਐਗਜ਼ਾਮੀਨਰ ਸਾਨੂੰ ਕੀ ਪੁੱਛ ਸਕਦਾ ਹੈ? ਐਗਜ਼ਾਮੀਨਰ ਪੁੱਛ ਸਕਦਾ ਹੈ ਕਿ ਕਿਹੜੀ ਬ੍ਰਾਂਚ ਦੀ 2 ਸਾਲਾਂ ਦੀ ਐਵਰੇਜ ਹਾਈਐਸਟ ਹੈ। ਤਾਂ 2 ਸਾਲਾਂ ਦੀ ਐਵਰੇਜ ਕੱਢਣੀ ਹੈ। ਐਵਰੇਜ ਕਿਵੇਂ ਕੱਢਦੇ ਆ? ਸਮ ਡਿਵਾਈਡ ਬਾਈ ਨੰਬਰ। ਤਾਂ ਜੇ 2 ਸਾਲਾਂ ਦੀ ਐਵਰੇਜ ਕੱਢਣੀ ਹੈ ਤਾਂ 2 ਸਾਲਾਂ ਦਾ ਸਮ ਦੇਖ ਸਕਦੇ ਆ, ਡਿਵਾਈਡ ਬਾਈ 2। ਤਾਂ ਪਹਿਲੀ ਬ੍ਰਾਂਚ ਦੀ ਐਵਰੇਜ ਕੀ ਆਜੂ? 185/2 92.5। ਇਹਦੀ ਐਵਰੇਜ ਕੀ ਆਜੂ? 140/2 70। ਇਹਦੀ ਐਵਰੇਜ ਕੀ ਆਜੂ? 205/2 102.5। ਇਹਦੀ ਐਵਰੇਜ ਕੀ ਆਜੂ? 180/2 90। ਇਹਦੀ ਐਵਰੇਜ ਕੀ ਆਜੂ? 170/2 85। ਇਹਦੀ ਐਵਰੇਜ ਕੀ ਆਜੂ? 150/2 75। ਤਾਂ ਐਵਰੇਜ ਕੱਢ ਸਕਦੇ ਆ, ਫਿਰ ਹਾਈਐਸਟ ਵਾਲੀ ਦੇਖ ਲਾਂਗੇ। ਤਾਂ ਆਪਾਂ 6 ਦੀਆਂ 6 ਬ੍ਰਾਂਚਾਂ ਦੀ ਐਵਰੇਜ ਨਹੀਂ ਕੱਢਾਂਗੇ। ਜੇ ਸਾਨੂੰ ਕੁਐਸਚਨ ਹੈ ਵੀ ਕਿਹੜੀ ਬ੍ਰਾਂਚ ਦੀ ਐਵਰੇਜ ਹਾਈਐਸਟ ਹੈ ਤਾਂ ਜਿਹੜੇ 4 ਆਪਸ਼ਨ ਦਿੱਤੇ ਹੋਣਗੇ ਉਹਨਾਂ ਦੀ ਕੱਢਾਂਗੇ। ਐਵੇਂ 6 ਦੀਆਂ 6 ਦੀਆਂ ਕੱਢਣ ਬਹਿ ਜਾਾਂਗੇ, ਜਿਹੜੇ 2 ਆਪਸ਼ਨ ਨਹੀਂ ਹੈਗੇ ਉਹਦੀ ਹਾਈਐਸਟ ਹੋ ਹੀ ਨਹੀਂ ਸਕਦੀ। ਤਾਂ 4 ਜਿਹੜੇ ਆਪਸ਼ਨ ਹੋਣਗੇ ਉਹਦੀ ਦੇਖਾਂਗੇ, ਉਹਨਾਂ 'ਚੋਂ ਕਿਹੜੀ ਹਾਈਐਸਟ ਐਵਰੇਜ ਕੱਢਣ ਨੂੰ ਕਹਿ ਸਕਦਾ। ਜਾਂ 2 ਕਿਹੜੀ ਕੰਪਨੀ ਦੀ ਐਵਰੇਜ ਦੀ ਥਾਂ ਤੇ ਐਗਜ਼ਾਮੀਨਰ ਇਹ ਕਹਿ ਸਕਦਾ ਹੈ ਕਿ ਸਨ 2000 ਦੇ ਵਿੱਚ 6 ਦੀਆਂ 6 ਬ੍ਰਾਂਚਾਂ ਦੀ ਐਵਰੇਜ ਸੇਲ ਦੱਸੋ। ਤਾਂ ਸਨ 2000 ਕੀ ਆ? ਹਰੀ ਬਾਰ। ਤਾਂ 80 75 95 85 75 ਤੇ 70 ਦੀ ਐਵਰੇਜ। ਤਾਂ ਬੱਚੇ ਐਡ ਕਰਨਾ 8 7 15 ਤੇ 9 24 ਤੇ 8 32 ਤੇ 7 39 ਤੇ 7 46 460 470 5 ਤੇ 5 10 480। ਤਾਂ 480,000 ਦੇ ਵਿੱਚ ਹੈ। 480 ਦੀ ਐਵਰੇਜ ਕੱਢਣੀ ਹੈ ਤਾਂ ਡਿਵਾਈਡ ਬਾਈ 6 80 480/6 80। ਤਾਂ 80,000 ਐਵਰੇਜ ਆ ਗਈ 2000 ਦੀ। ਇਹ ਵੀ ਪੁੱਛਿਆ ਜਾ ਸਕਦਾ। ਪਰਸੈਂਟੇਜ ਦੇ ਵਿੱਚ, ਰੇਸ਼ੀਓ ਦੇ ਵਿੱਚ ਕਿੰਨੇ ਹੀ ਕੁਐਸਚਨਸ ਬਣ ਸਕਦੇ ਨੇ, ਸਾਨੂੰ ਪੁੱਛੇ ਜਾ ਸਕਦੇ ਨੇ। ਤਾਂ ਬੱਚੇ ਹੁਣ ਮੈਂ ਇਹ ਸਕਰੀਨ ਨੂੰ ਰੱਬ ਕਰਦਾ, ਜੋ ਮੈਂ ਆਪਦੇ ਇੱਥੇ ਮਾਰਕਰ ਚਲਾਤਾ, ਇਹਨੂੰ ਰੱਬ ਕਰਨ ਤੋਂ ਬਾਅਦ ਮੈਂ ਸਾਈਡ ਤੇ ਹੋ ਜੂ, ਤੁਸੀਂ ਉਦੋਂ ਸਕਰੀਨਸ਼ਾਟ ਲੈ ਲਿਓ। ਫਿਰ ਮੈਂ 5 ਦੇ 5 ਕੁਐਸਚਨਾਂ ਦਾ ਸਕਰੀਨਸ਼ਾਟ ਦਵਾਉਂਗਾ, ਤੁਸੀਂ ਆਨਸਰ ਕਰਨਾ। ਤਾਂ ਬੱਚੇ ਪਹਿਲਾਂ ਤੁਸੀਂ ਇਹਦਾ ਸਕਰੀਨਸ਼ਾਟ ਲਓ। ਸਾਰਿਆਂ ਨੂੰ ਇਨਫੋਰਮੇਸ਼ਨ ਕਲੀਅਰ ਹੈ? ਆਪਦੇ ਫੋਨ ਦੀਆਂ ਸਕਰੀਨਾਂ ਨੂੰ ਲੈਂਡਸਕੇਪ ਮੋਡ 'ਚ ਲਾ ਲਓ, ਪੋਰਟਰੇਟ ਦੀ ਥਾਂ ਤੇ ਲੈਂਡਸਕੇਪ ਮੋਡ ਦੇ ਵਿੱਚ ਲਾ ਲਓ। ਫਿਰ ਵੀਡੀਓ ਮਤਲਬ ਆਪਣੇ ਫਿਗਰ ਕਲੀਅਰ ਦਿਖ ਜੂ, ਉਹਦਾ ਸਕਰੀਨਸ਼ਾਟ ਲੈ ਲਓ। ਤਾਂ ਇਹਦਾ ਸਕਰੀਨਸ਼ਾਟ ਲੈਣ ਤੋਂ ਬਾਅਦ ਬੱਚੇ ਪਹਿਲਾ ਕੁਐਸਚਨ ਕੀ ਹੈ? ਪਹਿਲਾ ਕੁਐਸਚਨ ਹੈ ਵਟ ਇਜ਼ ਦਾ ਰੇਸ਼ੀਓ, ਕਾਦੀ ਰੇਸ਼ੀਓ ਆਫ ਟੋਟਲ ਸੇਲਸ ਆਫ B2 ਬ੍ਰਾਂਚ ਫॉर ਬੋਥ ਈਅਰਸ ਟੂ ਦਾ ਟੋਟਲ ਸੇਲਸ ਆਫ B4 ਬ੍ਰਾਂਚ ਫॉर ਬੋਥ ਈਅਰਸ। ਤਾਂ ਆਪਾਂ ਰੇਸ਼ੀਓ ਦੱਸਣੀ ਹੈ ਕਾਦੀ? B2 ਦੀ 2 ਸਾਲਾਂ ਦੀ ਪਲੱਸ B4 ਦੀ 2 ਸਾਲਾਂ ਦੀ। ਤਾਂ B2 ਤੇ B4 2 ਸਾਲਾਂ ਦੀ। ਆਨਸਰ ਨਾ ਕਮੈਂਟ ਸੈਕਸ਼ਨ 'ਚ ਕਰਿਓ। ਸਕਰੀਨਸ਼ਾਟ ਲਓ ਬੱਚੇ, 3 ਸਕਿੰਟ ਦਾ ਸਮਾਂ, 1 2 ਤੇ 3 ਸਕਿੰਟ ਹੋ ਗਏ ਤੁਹਾਡੇ।
अगला क्वेश्चन है टोटल सेल्स ऑफ B6 फॉर बोथ ईयर्स इज वट परसेंट ऑफ टोटल सेल्स ऑफ B3 फॉर बोथ ईयर्स। तो B6 दोहां सालां दा इज वट परसेंट ऑफ B3 दोहां सालां दा। तो B6 उपर B3 थले इंटू 100 स्क्रीनशॉट लो बच्चे दा। तो 3 सेकंड का समय 1 2 ते 3 सेकंड हो गए तुहाडे। अगला क्वेश्चन बच्चे इहदे विच अगला क्वेश्चन है वट परसेंट ऑफ द एवरेज सेल्स परसेंटेज कड्ढनी है पर कादी एवरेज सेल्स ऑफ B1 B2 एंड B3 इन 2001 एदा किन्ने परसेंट है की एवरेज सेल्स ऑफ B1 B3 एंड B6 इन 2000। तो बच्चे परसेंटेज कड्ढन वेले किन्नू उपर लिखना किन्नू थल्ले लिखना ध्यान नाल। ऑफ तो बाद जिहड़ी चीज़ लिखी जाती है जां देन तो बाद ऑफ जां देन तो बाद जिहड़ी चीज़ लिखी जाती है वो थल्ले आऊगी। तो वट परसेंट ऑफ ये थल्ले आ उपर आऊगा। तो समझ आ गया बच्चे। स्क्रीनशॉट लो 3 सेकंड का समय 1 2 3 सेकंड हो गए तुहाडे। अगला क्वेश्चन बच्चे अगले क्वेश्चन का स्क्रीनशॉट तुहाडा वट आर द एवरेज सेल्स ऑफ ऑल द ब्रांचेस फॉर द ईयर 2000। कुदरती आप क्वेश्चन किया 80 आंसर आऊगा इसका। स्क्रीनशॉट लो जी इस क्वेश्चन का भी इसका आप आंसर कढ़ चुके हैं क्योंकि क्वेश्चन के विच ब्रैकेट च इन थाउजेंड्स लिखता सो इस करके ऑप्शन च थाउजेंड्स लाने की लोड़ नहीं हैगी। ऑप्शन के विच 80 आ जाऊगा असल च आंसर 80,000 सी पर 1000 उन्हें क्वेश्चन च लिखता तो 80 आंसर आ गया। ये बच्चे क्वेश्चन सी। इस तो अगला क्वेश्चन स्क्रीनशॉट लो टोटल सेल्स ऑफ ब्रांचेस B1 एंड B3 एंड B5 टुगैदर फॉर बोथ द ईयर्स इज। तो B1 B3 ते B5 का दोहां सालां दा तिन्ना ब्रांचां दा दोहां सालां दा टोटल दसना है। तो बच्चे स्क्रीनशॉट लो 3 सेकंड ने 1 2 3 टाइम हो गया। तो ये बच्चे तुहाडा मेरे ख्याल च 5वां क्वेश्चन सी। इत्थे अपनी क्लास निबड़ गई। तो अज की क्लास दे विच बच्चे आपां 2 सवाल कीते जिवें आपां शुरू तो पैटर्न बनाया होया है क्लास दे विच 2 क्वेश्चन करदे आ 5 + 5 ते एक 5 क्वेश्चन का सैट तुहानूं होमवर्क मिल जाता है। वो क्वेश्चन तुसीं सॉल्व करके चाहे तो लाइव वीडियो के कमेंट दे विच चाहे जो वीडियो अपलोड हो जूगी चैनल के उत्ते उहदे कमेंट सैक्शन चों अपने आंसरस कमेंट कर दिंदे हो। इहदे नाल नाल बच्चे एक होर गल है जिहड़ा मैं तुहाडे कमेंट्स पढ़ रहा हाँ अगले दिनां दे विच DI तो अपना डेली चलूगा 5-6 दिन पेपर तक DI तो आप रोज़ सवेरे 10 बजे 2-2 हत्थ करांगे जिहदे नाल कि DI के जिहड़े सवाल PPSC ने कोऑपरेटिव इंस्पैक्टर च नैब तहसीलदार च जां पंजाब पुलिस का पेपर होना है उहदे विच पुछे जाने उहदी तैयारी हो रही है। DI साडी कैलकुलेशन नूं बहुत इंप्रूव करदी है तो कैलकुलेशन की पूरे मैथ हैल्प मिलनी है उहदी तैयारी हो रही है प्लस चंगी कैलकुलेशन जां इहो जी कैलकुलेशन नाल मत्था जा मार के साडा ओवरऑल दिमाग शार्प हुंदा है साडी रीडिंग स्किल्स इंप्रूव हुंदियां ने पेपर पढ़न की स्पीड वधदी है पेपर की एक्यूरेसी वधदी है। इस करके आप रोज़ सवेरे 10 बजे 1 घंटा तो योगा करते ही करते हैं कैलकुलेशन वाली। तो यह अपना पेपर तक चलता जाऊगा। PYQ निबड़न वाला है PYQ खत्म कर देंगे जो दोपहर 2 बजे अपने सक्सैस ट्री पंजाब के यूट्यूब चैनल पर आप प्रीवियस ईयर क्वेश्चन पेपर शुरू किए हुए थे। मैथ तो रीजनिंग आप पिछले 1 महीने तो मत्था मारी जाने डेली 1 क्लास मैथ अगले दिन रीजनिंग अगले दिन मैथ अगले दिन रीजनिंग वो अपना हुण खत्म हो जाऊगा। नैब तहसीलदार के पेपर लई इस तो बाद बच्चे मेरे ख्याल अज अनाउंसमेंट तुसीं पढ़ ली होगी जो ये वीडियो चल रही हैगी कि नैब तहसीलदार के पेपर नूं लैके सक्सैस ट्री ते एक सबजैक्ट की डेली प्रैक्टिस की जा रही है कि जो मोस्ट एक्सपैक्टेड क्वेश्चनस इस बार पेपर च आउण दे चांसिस ने। एक दिन एक सबजैक्ट दूजे दिन दूजा सबजैक्ट आप यदी प्रैक्टिस करांगे यदी इन्फॉर्मेशन तुहानूं मिल गई होनी है। तो यह 4 बजे सोचा मेरे ख्याल 4 बजे की क्लास होया करूँ। तो सक्सैस ट्री दे यूट्यूब चैनल ते इस यूट्यूब चैनल ते तुसी डेली 4 बजे भी जिहड़े बच्चों ने खास करके नैब तहसीलदार का पेपर देना है वो तो आउणगे ही आउणगे मतलब उन्होंने अगे तो यह हैगा ही रिक्वेस्ट कि तुसी अटेंड करना है। इस तो बिना जिहड़े बच्चों का इन केस नैब तहसीलदार का पेपर नहीं हैगा पर बाकी पेपर ने सिलेबस सेम है प्रैक्टिस करो कि पेपर दे दिना चाह के तुसी तैयारी किमें जे देखनी है टीचर किमें जे जोर लाऊगा तुसी किमें जे रिस्पोंड करना है। तो वो बच्चे भी 4 बजे वाले सैशनस दे विच जुड़न पूरा हफ्ता प्रैक्टिस करन। जिहड़े बच्चे दा एक बार सिलेबस हो गया वो इहो जे प्रैक्टिस सैशनस लगातार लाउंदे जाण। तो आपां नैब दे पेपर तो बाद होर की कर सकदे अगले दिनां दे विच डिसाइड करांगे। तुहाडे मैं कमेंट सैक्शनस नूं मैनूं बाकी टीचर्स दा नहीं पता मैं बहुत सीरीयसली पढ़दा तुहाडे कमेंट सैक्शनस तुहाडी जिहो जिही सलाहां हुंदियां ने तुहाडी जिहो जिही डिमांड्स हुंदियां ने कि फलानी चीज़ पढ़ा दो फलानी चीज़ पढ़ा दो मैं कंसीडर करदा हुंदा। तो आपां DI दे विच इह कवर करते जावांगे। DI दे विच कुछ क्वेश्चनस जिहड़े मैनूं स्टूडेंट्स WhatsApp कर दिंदे जां वैसे भेज दिंदे ने कुछ बच्चे तो मैनूं मैं एक दिन क्लास मेल ID लिखी सी मैनूं मेल करन लग गए सीगे। तो वो क्वेश्चनस मैं क्लास करवाउंदा जाऊँगा। तो अगली क्लास मिलते हैं बच्चे थैंक यू।